ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੈਲਥ ਟਾਕ ਦੇ ਇਸ ਐਪੀਸੋਡ ਦੇ ਵਿੱਚ ਸਵਾਗਤ ਹੈ। ਮੈਂ ਸ਼ੇਖਰ ਰਾਏ। ਸੋ ਅੱਜ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਮੌਸਮ ਬਦਲ ਰਿਹਾ ਹੈ। ਸੋ ਮੌਸਮ ਬਦਲਣ ਦੇ ਨਾਲ ਕਈ ਤਰ੍ਹਾਂ ਦੀਆਂ ਦੁੱਖ ਤਕਲੀਫਾਂ ਜਿਹੜੀਆਂ ਨੇ ਉਹ ਆ ਜਾਂਦੀਆਂ ਹੁੰਦੀਆਂ ਨੇ ਔਰ ਖਾਸ ਤੌਰ ਦੇ ਉੱਤੇ ਜਿੱਥੇ ਸਰਦੀ ਦਾ ਮੌਸਮ ਆਉਂਦਾ ਹੈ ਉੱਥੇ ਅਚਾਨਕ ਸਾਡੇ ਸਰੀਰ ਦੇ ਵਿੱਚ ਕਈ ਵਾਰ ਇਦਾਂ ਦੀਆਂ ਦਰਦਾਂ ਉੱਠਦੀਆਂ ਨੇ ਕਿ ਅਸੀਂ ਖੁਦ ਤੋਂ ਕਈ ਵਾਰ ਸਵਾਲ ਕਰਨ ਲੱਗ ਜਾਂਦੇ ਹਾਂ ਕਿ ਆਖਿਰਕਾਰ ਇਹ ਦਰਦਾਂ ਹੋ ਕਿਉਂ ਰਹੀਆਂ ਨੇ। ਕੋਈ ਪੁਰਾਣੀ ਸੱਟ ਤੇ ਨਹੀਂ ਲੱਗੀ, ਕੋਈ ਕਿਤੇ ਕੋਈ ਜ਼ਿਆਦਾ ਭਾਰ ਤੇ ਨਹੀਂ ਚੁੱਕ ਲਿਆ ਗਿਆ ਜਾਂ ਕੁਛ। ਜੀ ਹਾਂ, ਗੱਲ ਕਰ ਰਹੇ ਹਾਂ ਜੋੜਾਂ ਦੇ ਵਿੱਚ ਵੀ ਦਰਦ ਹੋ ਜਾਂਦਾ ਹੈ, ਕਈ ਵਾਰ ਮਸਕੂਲਰ ਪੇਨ ਵੀ ਹੁੰਦੀ ਹੈ ਔਰ ਠੰਡ ਦੇ ਨਾਲ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹ ਆ ਜਾਂਦੀਆਂ ਨੇ। ਤੇ ਮੌਸਮ ਭਾਵੇਂ ਜਦੋਂ ਗਰਮੀ ਵੀ ਆਉਂਦੀ ਹੈ, ਜਿਹੜੇ ਇਲਾਕਿਆਂ ਦੇ ਵਿੱਚ ਗਰਮੀ ਦਾ ਵੀ ਮੌਸਮ ਆ ਰਿਹਾ ਹੈ ਉੱਥੇ ਵੀ ਜਿਹੜਾ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਸ਼ੁਰੂ ਹੋ ਜਾਂਦੀਆਂ। ਤਾਂ ਸੀਜ਼ਨਲ ਬਿਮਾਰੀਆਂ ਜਿਹੜੀਆਂ ਨੇ ਜਾਂ ਸੀਜ਼ਨਲ ਜਿਹੜੀਆਂ ਦੁੱਖ ਤਕਲੀਫਾਂ ਨੇ ਉਹਨਾਂ ਦੇ ਅਸੀਂ ਕਈ ਵਾਰੀ ਇੱਕ ਦੂਸਰੇ ਤੋਂ ਸੁਝਾਅ ਲੈਣੇ ਸ਼ੁਰੂ ਕਰ ਦਿੰਦੇ ਜਾਂ ਸਾਨੂੰ ਕੋਈ ਸੁਝਾਅ ਦੇਣੇ ਸ਼ੁਰੂ ਕਰ ਦਿੰਦਾ ਕਿ ਆਹ ਖਾ ਲਓ ਉਹਦੇ ਨਾਲ ਇਹ ਫਰਕ ਪੈ ਜਾਊਗਾ ਜਾਂ ਉਹ ਪੀ ਲਓ ਉਹਦੇ ਨਾਲ ਇਹ ਫਰਕ ਪੈ ਜਾਊਗਾ। ਸਹੀ ਮਾਇਨੇ ਦੇ ਵਿੱਚ ਜਿਹੜੇ ਘਰੇਲੂ ਨੁਸਖੇ ਵੀ ਹੁੰਦੇ ਨੇ ਅਗਰ ਉਹ ਲਏ ਜਾਣ ਤਾਂ ਅਸਰ ਸਹੀ ਰਹਿੰਦਾ ਹੈ, ਅਗਰ ਨਾ ਲਏ ਜਾਣ ਸਹੀ ਤਰੀਕੇ ਦੇ ਨਾਲ ਤਾਂ ਉਹਨਾਂ ਦਾ ਅਸਰ ਕੋਈ ਖਾਸ ਨਜ਼ਰ ਨਹੀਂ ਆਉਂਦਾ। ਹਾਲਾਂਕਿ ਜਿੰਨੀਆਂ ਵੀ ਨੈਚੁਰਲ ਚੀਜ਼ਾਂ ਨੇ ਜਾਂ ਆਯੁਰਵੈਦਿਕ ਚੀਜ਼ਾਂ ਨੇ ਉਹਨਾਂ ਦਾ ਨੁਕਸਾਨ ਤੇ ਘੱਟ ਹੁੰਦਾ, ਪਰ ਜੇਕਰ ਸਹੀ ਮਾਤਰਾ ਦੇ ਵਿੱਚ ਔਰ ਸਹੀ ਸਮੇਂ ਦੇ ਹਿਸਾਬ ਨਾਲ ਜਾਂ ਸਹੀ ਨੌਲੇਜ ਤੋਂ ਬਿਨਾਂ ਲਈਆਂ ਜਾਣ ਤਾਂ ਉਹਨਾਂ ਦਾ ਕਈ ਵਾਰ ਸਹੀ ਫਾਇਦਾ ਨਹੀਂ ਨਜ਼ਰ ਆਉਂਦਾ। ਤਾਂ ਆਯੁਰਵੇਦ ਦੇ ਨਾਲ ਕਿਸ ਤਰੀਕੇ ਨਾਲ ਤੁਸੀਂ ਇਹਨਾਂ ਛੋਟੀ-ਮੋਟੀ ਬਿਮਾਰੀਆਂ ਤੋਂ ਵੀ ਬਚ ਸਕਦੇ ਹੋ ਔਰ ਕਿਸੇ ਵੱਡੀ ਪ੍ਰੋਬਲਮ ਨੂੰ ਵੀ ਜਿਹੜਾ ਅਲਵਿਦਾ ਕਹਿ ਸਕਦੇ ਹੋ, ਉਸੇ ਬਾਰੇ ਅੱਜ ਜਾਣਾਂਗੇ। ਸਾਡੇ ਨਾਲ ਸ਼ੋਅ ਦੇ ਵਿੱਚ ਮੌਜੂਦ ਨੇ ਸੁਭਾਸ਼ ਗੋਇਲ ਜੀ, ਐਮਡੀ ਸੁਭਾਸ਼ ਗੋਇਲ ਜੀ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਔਰ ਜਿੰਨੇ ਵੀ ਦਰਸ਼ਕ ਸਾਡੇ ਹਮਦਰਦ ਟੀਵੀ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। क्या बात है ਗੋਇਲ ਸਾਹਿਬ, ਮੌਸਮ ਬਦਲ ਰਿਹਾ, ਮੌਸਮ ਬਦਲਣ ਦੇ ਨਾਲ ਹੈ ਨਾ ਤੇ ਕਈ ਤਰ੍ਹਾਂ ਦੀਆਂ ਦੁੱਖ ਤਕਲੀਫਾਂ ਆ ਜਾਂਦੀਆਂ ਨੇ। ਹਾਲਾਂਕਿ ਅਸੀਂ ਇਹ ਦੇਖੋ ਕਿ ਗੋਇਲ ਸਾਹਿਬ ਨੂੰ ਦੇਖ ਸਕਦੇ ਹਾਂ ਕਿ ਗੋਇਲ ਸਾਹਿਬ ਨੂੰ ਠੰਡ ਨਹੀਂ ਕੁਝ ਕਹਿੰਦੀ ਜੀ ਗੋਇਲ ਸਾਹਿਬ। ਠੰਡ ਐਸੀ ਗੱਲ ਨਹੀਂ ਕੁਝ ਕਹਿੰਦੀ, ਪਰ ਇਹ ਜ਼ਰੂਰ ਹੈ ਕਿ ਠੰਡ ਜਾਂ ਕੋਈ ਵਾਇਰਸ ਜੀ ਜਲਦੀ ਅਟੈਕ ਨਹੀਂ ਕਰ ਪਾਉਂਦਾ। ਰੀਜ਼ਨ ਹੈ ਕਿ ਜਿਵੇਂ ਹੁਣ ਅਸੀਂ ਹਲਦੀ ਕਹਿੰਦੇ ਆ, ਹਲਦੀ ਫਾਇਦਾ ਕਰੇ ਜਲਦੀ ਅਗਰ ਕੋਈ ਜਲਦੀ ਫਾਇਦਾ ਮੰਗਦਾ, ਜਿਵੇਂ ਕਹਿੰਦੇ ਘਿਓ ਕਦੇ ਦੁੱਧ ਜਦੇ, ਹੈ ਨਾ, ਤਾਂ ਉਹ ਜਿਹੜਾ ਦੁੱਧ ਦਾ ਫਾਇਦਾ ਇੱਕਦਮ ਮਿਲਦਾ ਬੰਦੇ ਨੂੰ, ਗਰਮੀ ਆ ਜਾਂਦੀ ਸਰੀਰ ਨੂੰ। ਉਸੇ ਤਰ੍ਹਾਂ ਜਿਹੜੀ ਹਲਦੀ ਹੈ ਇਹ ਲੋਕੀ ਇਹਨੂੰ ਨਾਰਮਲ ਲੈਂਦੇ ਆ, ਪਰ ਕਰਕੂਮਿਨ ਦਾ ਸਾਲਟ ਇਹਦੇ ਵਿੱਚੋਂ ਲਿਆ ਜਾਂਦਾ। ਇਹਦਾ ਅਸਲੀ ਐਕਸਟ੍ਰੈਕਟ ਜਿਹੜਾ ਕਰਕੂਮਿਨ ਜਿਹੜਾ ਹੈਗਾ ਉਹ ਕੈਂਸਰ ਕਾਰਕ ਹੈ। ਅੱਛਾ, ਮਤਲਬ ਜਿਹੜੀ ਔਸ਼ਧੀ ਕੈਂਸਰ ਦੇ ਵਾਇਰਸ ਨੂੰ ਖਤਮ ਕਰ ਸਕਦੀ ਆ ਜਾਂ ਕੈਂਸਰ ਦੇ ਵਾਇਰਸ ਨੂੰ ਮਾਤ ਦੇ ਸਕਦੀ ਆ, ਉਹ ਤੁਹਾਡੀ ਬਾਡੀ 'ਚ ਪੈਦਾ ਹੋਣ ਵਾਲੀ ਕੋਈ ਵੀ ਕਿਸੇ ਕਿਸਮ ਦੀ ਪ੍ਰੋਬਲਮ ਨੂੰ ਉਹ ਕਵਰ ਕਰ ਸਕਦੀ ਆ। ਤਾਂ ਹਲਦੀ ਜਿਹੜੀ ਆ, ਸਿਆਣੇ ਬਜ਼ੁਰਗ ਕਿਉਂ ਪਹਿਲਾਂ ਆਪਣੀਆਂ ਦਾਲਾਂ ਸਬਜ਼ੀਆਂ 'ਚ ਪਾ ਕੇ, ਉਹਨਾਂ ਨੂੰ ਪਤਾ ਸੀ ਵੀ ਆਉਣ ਵਾਲੇ ਜਨਰੇਸ਼ਨ ਨੇ ਪੀਜ਼ਿਆਂ ਤੇ ਲੱਗ ਜਾਣਾ, ਬਰਗਰਾਂ ਤੇ ਲੱਗ ਜਾਣਾ। ਪਤਾ ਹੀ ਹੋਣਾ ਉਹਨਾਂ ਨੂੰ, ਪਹਿਲਾਂ ਵੱਡੇ ਬਜ਼ੁਰਗ ਮਹਾਂਪੁਰਸ਼ ਨੇ, ਉਹਨਾਂ ਨੇ ਵੱਡੀਆਂ ਗੱਲਾਂ ਪਹਿਲਾਂ ਹੀ ਕਹਿਤੀਆਂ। ਜਿਵੇਂ ਉਹਨਾਂ ਦੀ ਇੱਕ ਵੀ ਕਹਾਵਤ ਨੂੰ ਤੁਸੀਂ ਝੂਠੀ ਕਰਕੇ ਦਿਖਾਓ ਜੀ, ਹੈ ਨਾ, ਅਸਮਾਨੋਂ ਗਿਰਿਆ ਖੰਜੂਰ 'ਚ ਫਸਿਆ, ਕਰੋ ਝੂਠੀ ਇਹਨੂੰ। ਤੇ ਔਲੇ ਦਾ ਖਾਧਾ ਸਿਆਣੇ ਦਾ ਕਿਹਾ, ਪਿੱਛੋਂ ਪਤਾ ਲੱਗਦਾ, ਕਰੋ ਝੂਠੀ। ਉਹਨਾਂ ਦੀ ਗੱਲ ਨੂੰ ਤੁਸੀਂ ਅੱਜ ਤੱਕ ਝੂਠ ਨਹੀਂ ਕਰ ਪਾਏ। ਹੁਣ ਜਿਵੇਂ ਨਵੀਂ ਗੱਲ ਕਰ ਲਓ, ਆਪਾਂ ਕਹਿੰਦੇ ਆ ਵੀ ਦੂਧੋਂ ਨਹਾਓ ਪੁੱਤੋਂ ਫੜੋ, ਆਸ਼ੀਰਵਾਦ ਬਣਾਇਆ ਹੋਇਆ ਉਹਨਾਂ ਨੇ। ਹੁਣ ਅੱਜ ਦੇ ਟਾਈਮ 'ਚ ਕੋਈ ਇਹ ਕਹਿੰਦਾ ਵੀ ਕਿਸੇ ਨੂੰ ਆਸ਼ੀਰਵਾਦ ਦੇਣ ਲੱਗੇ ਵੀ ਦਾਰੂ ਪੀਓ ਮੁਰਗੇ ਖਾਓ, ਨਹੀਂ ਨਾ ਕਹਿੰਦਾ। ਮਤਲਬ ਚੇਂਜ ਨਹੀਂ ਹੋ ਸਕਦੀ। ਉਹਨਾਂ ਦੀਆਂ ਕਹਾਵਤਾਂ ਨੇ, ਉਹਨਾਂ ਨੇ ਇਸੇ ਤਰ੍ਹਾਂ ਮਸਾਲੇ, ਹਲਦੀ, ਹੋਰ ਬਹੁਤ ਸਾਰੀਆਂ ਚੀਜ਼ਾਂ ਸਾਡੀ ਕਿਚਨ 'ਚ ਸਾਨੂੰ ਪ੍ਰੋਵਾਈਡ ਕੀਤੀਆਂ। ਜਦ ਕਿ ਹੋ ਸਕਦਾ ਅਸੀਂ ਦਾਲ ਸਬਜ਼ੀ, ਕਈ ਲੋਕ ਨੇ ਜਿਵੇਂ ਹੁਣ ਸਾਡੇ ਜੈਨ ਪਰਿਵਾਰ ਨੇ, ਕਈ ਉਹ 'ਚ ਪਿਆਜ਼ ਨਹੀਂ ਪਾਉਂਦੇ, ਕਈ ਜੈਨ ਪਰਿਵਾਰ ਸਾਡੇ ਉਹਦੇ ਵਿੱਚ ਕਈ ਚੀਜ਼ਾਂ ਇੱਦਾਂ ਦੇ ਮਸਾਲੇ ਨਹੀਂ ਯੂਜ਼ ਕਰਦੇ ਜੀ। ਤਾਂ ਉਹ ਜਿਹੜੇ ਸਾਡੇ ਪੂਰਵਜ ਕਰਕੇ ਗਏ ਨੇ ਕੰਮ, ਉਹਦੇ ਵਰਗਾ ਕੰਮ ਨਹੀਂ ਹੈਗਾ। ਹੁਣ ਜਿਵੇਂ ਹਲਦੀ ਦੀ ਗੱਲ ਸੀ, ਹਲਦੀ ਦੇ ਵਿੱਚ ਦੇਖੋ ਤੁਸੀਂ ਨਾਰਮਲ ਜਿਵੇਂ ਆਪਣੇ ਕਹਿ ਦਿੰਦੇ ਆ ਵੀ ਹਲਦੀ ਦੀ ਗੱਠੀ, ਉਹ ਜਿਹੜੀ ਹਲਦੀ ਆ ਜਾਂ ਕੱਚੀ ਹਲਦੀ ਲੈ ਕੇ ਸੁਕਾ ਲਓ, ਬਣਾ ਲਓ, ਤਾਂ ਉਹ ਜਿਹੜੀ ਹਲਦੀ ਆ ਪਿਓਰ ਹਲਦੀ, ਉਹਦਾ ਪਾਊਡਰ ਕੱਲਾ ਆਪਣੀ ਰਸੋਈ 'ਚ ਆਪਾਂ ਯੂਜ਼ ਕਰਦੇ ਆ। ਹੁਣ ਮੈਂ ਸ਼ੁਰੂ ਕੀਤਾ ਕਿ ਕਾਲੀ ਹਲਦੀ ਦੇਣੀ ਆ। ਹੁਣ ਕਈ ਪਰਿਵਾਰ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਜੀ ਉਹ ਕੀ ਹੁੰਦੀ ਆ, ਆਮ ਤੌਰ ਤੇ 90% ਲੋਕਾਂ ਨੂੰ ਕਾਲੀ ਹਲਦੀ ਬਾਰੇ ਨਹੀਂ ਪਤਾ। ਰੀਜ਼ਨ ਕੀ ਰਿਹਾ ਕਿ ਅਸੀਂ ਉਹਦੇ ਬਾਰੇ ਅਵੇਅਰ ਹੀ ਨਹੀਂ ਹੋਏ। ਜਦ ਕਿ ਕਾਲੀ ਹਲਦੀ ਅਗਰ ਕੋਈ ਜ਼ਿਮੀਂਦਾਰ ਕਣਕ ਜੀਰੀ ਬੀਜਦਾ, ਅਗਰ ਉਹ ਕਾਲੀ ਹਲਦੀ ਦੀ ਖੇਤੀ ਕਰ ਲਵੇ, ਜਿੰਨਾ ਉਹਨੇ 10 ਸਾਲ 'ਚ ਕਣਕ ਜੀਰੀ ਬੀਜ ਕੇ ਸਰਮਾਇਆ ਬਣਾਉਣਾ 1 ਸਾਲ 'ਚ ਬਣੂਗਾ। ਕਾਲੀ ਹਲਦੀ ਦੀ ਇੰਨੀ ਗੁੱਡ ਪੈਦਾਵਾਰ ਹੈ ਔਰ ਇੰਨੀ ਵਧੀਆ ਉਹਦਾ ਮਾਰਜਨ ਮਿਲਦਾ, ਤੇ ਲੇਕਿਨ ਉਹ ਅਵੇਅਰਨੈਸ ਨਹੀਂ ਹੈਗੀ। ਦੂਜੀ ਚੀਜ਼ ਕਾਲੀ ਹਲਦੀ, ਉਸ ਤੋਂ ਬਾਅਦ ਦਾਰੂ ਹਲਦੀ, ਅੰਬਾ ਹਲਦੀ। ਹੁਣ ਦਾਰੂ ਹਲਦੀ, ਅੰਬਾ ਹਲਦੀ ਬਾਰੇ ਬਹੁਤ ਲੋਕ ਜਾਣਦੇ ਨੇ, ਵੈਦ ਜੀਆਂ ਨੇ ਪੜ੍ਹਾਤਾ, ਵੈਦ ਆਯੁਰਵੇਦ ਵਾਲੇ ਬੋਲਦੇ ਰਹਿੰਦੇ, ਅਸੀਂ ਵੀ ਬੋਲਦੇ ਹਾਂ, ਤਾਂ ਲੋਕਾਂ ਨੂੰ ਪਤਾ ਅੰਬਾ ਹਲਦੀ ਕੀ ਆ, ਦਾਰੂ ਹਲਦੀ ਕੀ ਹੈ। ਅੰਬਾ ਹਲਦੀ, ਦਾਰੂ ਹਲਦੀ, ਕਾਲੀ ਹਲਦੀ,
प्लेन येलो पीली हल्दी और तीसरी ये चौथी और पंजवीं चीज़ ये पई जंगली हल्दी। जंगली हल्दी जिहड़ी आ सੱਟ चुग लैंदी आ। जे मतलब कहंदे हुंदे ने ਲੱਕ टुੱਟ जे बंदे दा जंगल 'ਚ किते ਉਹਨੂੰ काली हल्दी ते जंगली हल्दी खिलाई जावे ਤਾਂ ਉਹਦੀ ਦਰਦਾਂ ਜਿਹੜੀਆਂ ਨੇ ਸਟੀਰੋਇਡ ਨਾਲੋਂ ਜਲਦੀ ਕਵਰ ਹੋ ਜਾਂਦੀਆਂ ਨੇ ਔਰ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਤਾਂ ਉਹਨਾਂ ਦੇ ਮਾਧਿਅਮ ਤੋਂ ਇਹ ਬਣੀ ਸਾਡੀ ਪੰਚਮ ਹਲਦੀ ਮਤਲਬ 5 ਤਰ੍ਹਾਂ ਦੀਆਂ ਹਲਦੀਆਂ ਇਹ 'ਚ 5 ਤਰ੍ਹਾਂ ਦੀਆਂ ਹਲਦੀਆਂ ਮਿਲਾਈਆਂ ਗਈਆਂ। ਪਹਿਲੀ ਹਲਦੀ ਇਹ 'ਚ ਕਾਲੀ ਹਲਦੀ, ਫਿਰ ਸੇਲਮ ਦੀ ਫਲੀ ਦੀ ਹਲਦੀ, ਫਿਰ ਦਾਰੂ ਹਲਦੀ, ਅੰਬਾ ਹਲਦੀ ਤੇ ਜੰਗਲੀ ਹਲਦੀ। ਇਹ ਜਿਹੜੀ ਹਲਦੀ ਆ ਇਹਦਾ 1 ਚਮਚ ਡੇਲੀ ਮਤਲਬ ਨਾਰਮਲੀ ਤੁਸੀਂ ਦੁੱਧ ਦੇ ਵਿੱਚ ਉਬਾਲ ਕੇ ਮਤਲਬ ਦੁੱਧ ਜਿਵੇਂ ਕਹਿੰਦੇ ਹਲਦੀ ਵਾਲਾ ਦੁੱਧ ਉਬਾਲ ਕੇ ਲੈਣਾ, ਉਹੀ ਹਲਦੀ ਘੋਲ ਕੇ ਨਹੀਂ ਪੀਣਾ, ਗਲਤੀ ਨਹੀਂ ਕਰਨੀ ਤੁਸੀਂ। ਉਹ ਜਦੋਂ ਦੁੱਧ ਰਾਤ ਨੂੰ ਪੀਓਗੇ ਸੌਣ ਲੱਗੇ ਤਾਂ ਤੁਸੀਂ ਦੇਖੋ ਕਿ ਬਿਲਕੁਲ ਇਨਫਲੇਮੇਸ਼ਨ ਨਹੀਂ, ਬਿਲਕੁਲ ਬਾਡੀ 'ਚ ਥਕਾਵਟ ਨਹੀਂ, ਦਰਦ ਨਹੀਂ। ਸਾਡੀਆਂ ਮਾਤਾ ਭੈਣਾਂ ਜਿਹੜੀਆਂ ਸਾਰਾ ਦਿਨ ਕਮਰ ਦਰਦ ਦਾ ਰੌਲਾ ਪੈਂਦਾ, ਉਹਨਾਂ ਦਾ ਕਮਰ ਦਰਦ ਠੀਕ ਹੋਊਗਾ, ਥਕਾਵਟ ਠੀਕ ਹੋਊਗੀ। ਫਿਰ ਇੱਕ ਹੋਰ ਵੱਡੀ ਚੀਜ਼ ਮੈਂ ਤੁਹਾਨੂੰ ਦੱਸਦਾ, ਜਿਹੜੇ ਸਾਡੇ ਭਰਾ ਜਾਂ ਭੈਣ ਜੋ ਵੀ ਰਾਤ ਨੂੰ ਜੇ ਕੋਈ ਅਲਕੋਹਲ ਦਾ ਐਡਿਕਟਡ ਹੈ ਜਾਂ ਕਿਸੇ ਹੋਰ ਚੀਜ਼ ਦਾ, ਉਹਨੂੰ ਸਵੇਰੇ 11 ਵਜੇ ਅਸੀਂ ਕਹਿੰਦੇ ਹਲਦੀ ਦਾ ਦੁੱਧ ਪੀਓ। ਅੱਛਾ, ਤਾਂ ਕਿ ਉਹ ਜਿੰਨੇ ਵੀ ਸਾਈਡ ਇਫੈਕਟ ਆ ਬਾਡੀ ਦੇ ਉੱਤੇ, ਹਾਰਟ, ਬ੍ਰੇਨ, ਲੀਵਰ ਜਿੰਨਾ ਵੀ ਵੀਕ ਆ ਉਹਨੇ ਕੰਟਰੋਲ ਕਰਨਾ ਹੈ ਨਾ। ਤੇ ਦੂਸਰੀ ਜਿਹੜੀ ਚੀਜ਼ ਆ, ਇਹ ਚੀਜ਼ਾਂ ਜਿਹੜੀਆਂ ਨੇ ਹੁਣ ਅਸੀਂ ਤਸੀਰ ਦੇ ਅਕੋਰਡਿੰਗ ਅਸੀਂ ਵੀ ਲੈਂਦੇ ਹਾਂ, ਕਿਉਂਕਿ ਜਿਵੇਂ ਕਹਿੰਦੇ ਨੇ ਜਦੋਂ ਤੱਕ ਸਾਨੂੰ ਨਹੀਂ ਪਤਾ ਹੁੰਦਾ, ਜਦੋਂ ਅਸੀਂ ਪੜ੍ਹਿਆ ਤੇ ਅਸੀਂ ਆਪ ਵੀ ਸ਼ੁਰੂ ਕਰਿਆ। ਹੁਣ ਅੱਜ ਤੱਕ ਇਹਨਾਂ ਚੀਜ਼ਾਂ ਦੇ ਫਾਇਦੇ ਆ। ਦੂਜੀ ਗੱਲ ਹੈ ਕਿ ਇਸ ਟਾਈਮ ਮੈਂ ਲੋਕਾਂ ਨੂੰ ਵੀ ਕਹਿਣਾ ਕਿ ਇਹ ਜਿਹੜੀ ਪੰਚਮ ਹਲਦੀ ਆ ਇਹ ਆਪਾਂ ਨੇ ਰਾਤ ਨੂੰ ਸੌਣ ਲੱਗੇ ਦੁੱਧ 'ਚ ਉਬਾਲ ਕੇ ਲੈਣੀ ਆ। ਤੁਸੀਂ ਜੋੜਾਂ ਦਾ ਦਰਦ, ਗੋਡਿਆਂ ਦਾ ਦਰਦ, ਇਨਫਲੇਮੇਸ਼ਨ ਇਹ ਤੋਂ ਬਚੋਗੇ। ਅੱਛਾ, ਜਿਨ੍ਹਾਂ ਲੋਕਾਂ ਨੂੰ ਗੋਡਿਆਂ 'ਚ ਗੈਪ ਆ ਗੈਪ ਘਟ ਜਾਂਦਾ, ਹੱਡ ਨਾਲ ਹੱਡ ਟੱਚ ਹੋਣ ਲੱਗ ਜਾਂਦਾ, ਉਹ ਕਹਿੰਦੇ ਨਹੀਂ ਗੋਡੇ ਘਸੜਦੇ ਆ, ਡਾਕਟਰ ਨੇ ਕਹਿਤਾ ਆਪਰੇਸ਼ਨ ਕਰਾ ਲਓ। ਕਾਲਾ ਗੂੰਦ ਕੈਪਸੂਲ ਕਮਾਲ ਦੀ ਚੀਜ਼ ਬਣੀ ਜੀ। ਕਾਲਾ ਗੂੰਦ ਕੈਪਸੂਲ ਤੇ ਕਾਲਾ ਗੂੰਦ ਕਰੀਮ। ਹੁਣ ਇਹ ਕਾਲਾ ਗੂੰਦ ਕੈਪਸੂਲ ਹੈ, ਗੁੱਡ ਦੀ ਪੈਕਿੰਗ ਦਿੱਤੀ ਆ। ਕਈ ਦਵਾਈਆਂ ਸਾਡੀਆਂ ਬਿਨਾਂ ਪੈਕਿੰਗ ਤੋਂ ਵੀ ਆਉਂਦੀਆਂ ਨੇ, ਅਸੀਂ ਉਹ ਵੀ ਭੇਜਦੇ ਹਾਂ ਲੋਕਾਂ ਨੂੰ। ਔਰ ਕਈ ਸਾਡੀਆਂ ਜਿਹੜੀਆਂ ਬਿਲਕੁਲ ਪੇਟੈਂਟ ਨੇ ਅਸੀਂ ਪੈਕਿੰਗ 'ਚ ਭੇਜਦੇ ਹਾਂ। ਹੁਣ ਇਹ ਜਿਹੜੀ ਪੈਕਿੰਗ ਆ ਇਹਦੇ ਵਿੱਚ 30 ਕੈਪਸੂਲ ਆ, ਇੱਕ ਡੇਲੀ ਖਾਣਾ ਪੰਚਮ ਹਲਦੀ ਵਾਲੇ ਦੁੱਧ ਨਾਲ ਲੈ ਲਓ ਰਾਤ ਨੂੰ। ਗੋਡਿਆਂ ਦੀ ਗਰੀਸ ਖਤਮ ਹੈ, ਗੋਡਿਆਂ ਦੇ ਵਿੱਚ ਕਹਿੰਦੇ ਨੇ ਦਰਦ ਹੈ, ਜੋੜ ਦੁਖਦੇ ਆ, ਉਹਦੇ ਲਈ ਸਭ ਤੋਂ ਬੈਸਟ ਆ। ਔਰ ਪੇਨ ਹਰ ਕੈਪਸੂਲ ਦਿੱਤਾ ਜਿਹਨੂੰ ਬਹੁਤ ਸਵੀਅਰ ਪੇਨ ਰਹਿੰਦਾ, ਦਰਦ। ਮਤਲਬ 4-5 ਪ੍ਰੋਡਕਟ ਨੇ ਜਿਨ੍ਹਾਂ ਨੂੰ ਮਿਲਾ ਕੇ ਇੱਕ ਨਾਰਮਲ ਡਾਈਟ ਬਣਾ ਦਿੱਤੀ। ਹੁਣ ਅਸੀਂ ਇਹਨੂੰ ਕਹਿੰਦੇ ਹੁੰਦੇ ਆ ਕਿ ਜਿਵੇਂ ਹਲਦੀ ਅਸੀਂ ਦੇ ਦਿੱਤੀ, ਤ੍ਰਿਫਲਾ ਚੂਰਨ ਦਿੱਤਾ ਜਿਹਨਾਂ ਨੂੰ ਪਾਚਨ ਕਿਰਿਆ ਖਰਾਬ ਹੈ, ਪੇਟ ਗੜਬੜ ਰਹਿੰਦਾ। ਔਰ ਕਈ ਲੋਕ ਕਹਿੰਦੇ ਨੇ ਜੀ ਸਾਨੂੰ ਦਰਦ ਬਹੁਤ ਰਹਿੰਦਾ ਸਰੀਰ ਦੇ ਵਿੱਚ, ਪੇਨ ਕਿਲਰ ਖਾ ਕੇ ਵੀ ਠੀਕ ਨਹੀਂ ਹੁੰਦੇ। ਉਹਨਾਂ ਨੂੰ ਜਦੋਂ ਤੱਕ ਤ੍ਰਿਫਲਾ ਨਹੀਂ ਦਿੰਦੇ, ਪੇਟ ਸਾਫ਼ ਨਹੀਂ ਹੁੰਦਾ, ਉਦੋਂ ਤੱਕ ਗੱਲ ਨਹੀਂ ਬਣਦੀ ਜੀ। ਅੱਛਾ, ਜਿਵੇਂ ਪੰਚਮ ਹਲਦੀ ਦੀ ਅਸੀਂ ਗੱਲ ਕਰਦੇ ਪਏ ਹਾਂ ਔਰ ਜਿਵੇਂ ਹੁਣ ਮੌਸਮ ਦੀ ਵੀ ਅਸੀਂ ਗੱਲ ਕਰ ਰਹੇ ਸੀ, ਸੀਜ਼ਨਲ ਪ੍ਰੋਬਲਮਸ ਵੀ ਹੁੰਦੀਆਂ ਨੇ ਕਈ, ਤੇ ਕੀ ਉਹਦੇ ਵਿੱਚ ਵੀ ਇਹ ਫਾਇਦੇਮੰਦ ਹੈ ਤੇ ਅਗਰ ਫਾਇਦਾ ਦੇਗੀ ਤਾਂ ਕਿਸ ਤਰੀਕੇ ਦੇ ਨਾਲ ਦੇਗੀ? ਦੇਖੋ, ਪੰਚਮ ਹਲਦੀ ਦੀ ਗੱਲ ਕਰਦੇ ਆ, ਜੇ ਤੁਸੀਂ ਸੀਜ਼ਨਲ ਗੱਲ ਕਰਦੇ ਹੋ, ਹੁਣ ਕਿਸੇ ਵੀ ਸੀਜ਼ਨ 'ਚ ਲੈ ਲਓ ਇਹਨੂੰ। ਵੈਸੇ ਤਾਂ ਮੈਂ ਕਹਿੰਦਾ ਨਾ ਸਰਦੀ ਜੇ ਲਈ ਜਾਵੇ, ਹੁਣ ਜਿਵੇਂ ਜਿੱਥੇ ਠੰਡ ਹੈ, ਠੰਡ ਵਾਲੇ ਜਿਵੇਂ ਆਪਣੇ ਕੈਨੇਡਾ ਦੇ ਵਿੱਚ ਇਸ ਟਾਈਮ ਪੂਰੀ ਠੰਡ ਹੈ, ਰਹਿਣੀ ਹੋਈ ਹੈ ਉੱਥੇ, ਹੈ ਨਾ। ਆਪਣੇ ਇੰਡੀਆ ਦੇ ਵਿੱਚ ਵੀ ਹੁਣ ਸਰਦੀ ਸਟਾਰਟ ਹੋ ਰਹੀ ਹੈ। ਤਾਂ ਮਤਲਬ ਇਹ ਜਿਹੜਾ ਹੁਣ ਨਵੰਬਰ, ਦਸੰਬਰ, ਜਨਵਰੀ, ਫਰਵਰੀ ਇਹ ਟਾਈਮ ਹੈ, ਇਹ ਟਾਈਮ ਇਹਨਾਂ ਚੀਜ਼ਾਂ ਦਾ। ਜਿਵੇਂ ਹੁਣ ਸਾਡੇ ਪੁਰਸ਼ ਨੇ, ਉਹਨਾਂ ਦੇ ਵਿੱਚ ਕਮਜ਼ੋਰੀ ਹੈ ਵੀ ਮਤਲਬ 40 ਸਾਲ ਤੋਂ ਬਾਅਦ ਹਰ ਮਰਦ ਇਹ ਚਾਹੁੰਦਾ ਹੈ ਵੀ ਮੈਨੂੰ ਕੋਈ ਇਹੋ ਜਿਹਾ ਟੌਨਿਕ ਮਿਲ ਜਾਏ, ਇਹੋ ਜਿਹੀ ਕੋਈ ਚੀਜ਼ ਮਿਲ ਜਾਏ ਜਿਹੜੀ ਮਤਲਬ ਮੈਂ ਖਾਵਾਂ ਤੇ ਮੈਨੂੰ ਤਾਕਤ ਰਹੇ ਸਰੀਰ 'ਚ, ਹੈ ਨਾ, ਤੇ ਮੇਰਾ ਸਰੀਰ ਵੀ ਤੰਦਰੁਸਤ ਰਹੇ, ਵਧੀਆ ਚੱਲਦਾ ਫਿਰਦਾ ਰਹੇ, ਥਕਾਵਟ ਨਾ ਹੋਵੇ, ਉੱਠਣ ਲੱਗੇ ਸਵੇਰੇ ਕੋਈ ਪ੍ਰੋਬਲਮ ਨਾ ਹੋਵੇ, ਰਾਤ ਨੂੰ ਸੌਣ ਲੱਗੇ ਨੀਂਦ ਵਧੀਆ ਆ ਜਾਏ। ਮਤਲਬ ਹਰ ਕੋਈ ਚਾਹੁੰਦਾ ਵੀ ਮੈਂ ਜਦੋਂ ਮੈਨੂੰ ਥਕਾਵਟ ਨਾ ਹੋਵੇ। ਤਾਂ ਉਹਦੇ ਵਾਸਤੇ ਇੱਕ ਗੱਭਰੂ ਡਾਈਟ ਬਣਾਈ ਗਈ। ਅੱਛਾ, ਗੱਭਰੂ ਡਾਈਟ ਜਿਹੜੀ ਆ ਉਹਦੇ ਵਿੱਚ ਪ੍ਰੋਪਰ ਜੜੀ ਬੂਟੀਆਂ, ਕੇਸਰ, ਕਸਤੂਰੀ ਵੀ ਪਾਈ ਗਈ। ਅੱਛਾ ਜੀ। ਔਰ ਉਹਦੇ ਵਿੱਚ ਇੱਕ ਸਭ ਤੋਂ ਵਧੀਆ ਚੀਜ਼ ਕੀ ਪਈ ਹੈ, ਸਵਰਨ, ਗੋਲਡ ਦੀ ਭਸਮ, ਸੋਨੇ ਦੀ ਭਸਮ। ਮਤਲਬ ਉਹਨੂੰ ਬਣਾਇਆ ਗਿਆ, ਉਹ ਇੱਕ ਇਦਾਂ ਦੀ ਚੀਜ਼ ਬਣ ਕੇ ਸਾਹਮਣੇ ਆਈ ਜੀ। ਅਸੀਂ ਕਹਿੰਦੇ ਹੁੰਦੇ ਹਾਂ, ਮੇਰੇ ਕੋਲ ਹੁਣ ਵੀ ਲੋਕ ਬਹੁਤ ਖਾਂਦੇ ਆ। ਉਹਦੇ ਖਾਣ ਵਾਲੇ ਥੋੜੇ ਜਿਹੇ ਘੱਟ ਨੇ ਕਿਉਂਕਿ ਥੋੜੀ ਕਾਸਟ ਹੋਣ ਕਰਕੇ ਨਾ ਹਰ ਕੋਈ ਅਫੋਰਡ ਨਹੀਂ ਕਰਦਾ, ਪਰ ਆਪਣੀ ਸਿਹਤ ਤੋਂ ਉੱਪਰ ਕੁਝ ਨਹੀਂ ਹੈ। ਉਹ ਜਿਹੜਾ ਗੱਭਰੂ ਡਾਈਟ ਆ, ਉਹ ਸਾਡੀ ਜਿਹੜੀ ਆ 1 ਚਮਚਾ ਰੋਜ਼ ਲੈਣਾ, ਸਵੇਰੇ 1 ਲੈਣਾ, ਸ਼ਾਮ ਨੂੰ 3 ਮਹੀਨੇ ਮੈਂ ਕਹਿੰਦਾ ਜੀ ਜਿਹਨੇ ਖਾ ਲਿਆ ਉਹਨੂੰ ਕਿਸੇ ਵੀ ਸੈਕਸ ਸਪੈਸ਼ਲਿਸਟ ਦੀ ਲੋੜ ਨਹੀਂ ਪੈਂਦੀ, ਉਹਨੂੰ ਕਿਸੇ ਜਾ ਕੇ ਡਾਈਟ ਸਪਲੀਮੈਂਟ ਦੀ ਲੋੜ ਨਹੀਂ ਪੈਂਦੀ, ਉਹਨੂੰ ਕਿਧਰੇ ਕੋਈ ਟੌਨਿਕ ਕੋਈ ਹੋਰ ਚੀਜ਼ਾਂ
ਮਤਲਬ ਮਿਨਰਲ ਵਿਟਾਮਿਨ ਡੀ ਏ ਬੀ ਸੀ ਕਿਤੇ ਨਹੀਂ ਜਾਣਾ ਪੈਂਦਾ। ਅਲੱਗ-ਅਲੱਗ ਕਰਕੇ ਖਾਣ ਦੀ ਲੋੜ ਨਹੀਂ, ਇੱਕੋ ਹੀ ਚੀਜ਼ ਹੈ। ਉਹ ਇੱਕ ਉਹਦੇ ਵਿੱਚ ਉਹ ਕੀ ਬਣ ਗਿਆ, ਉਹ ਬਣ ਗਈ ਇੱਕ ਪੰਜੀਰੀ। ਸੁਣਨ ਵਾਲੀ ਗੱਲ ਹੈ, ਪੰਜੀਰੀ ਕਿਵੇਂ ਬਣ ਗਈ? ਇਹ ਜਿਵੇਂ ਆਪਣੇ ਬਜ਼ੁਰਗ ਪਹਿਲਾਂ ਮੁੰਡੇ ਦਾ ਵਿਆਹ ਕਰਨਾ ਤਾਂ ਉਹਨੂੰ 2 ਮਹੀਨੇ ਪਹਿਲਾਂ ਪੰਜੀਰੀ ਖਵਾਉਂਦੇ ਸੀ, ਹੁਣ ਉਹ ਗੱਲਾਂ ਨਹੀਂ ਰਹੀਆਂ। ਲੱਡੂ ਖਾਂਦੇ ਸੀ ਬਣਾ ਕੇ ਪੰਜੀਰੀ ਦੇ, ਉਹ ਗੱਲਾਂ ਨਹੀਂ ਰਹੀਆਂ। ਪਿੰਨੀਆਂ, ਉਹ ਗੱਲਾਂ ਨਹੀਂ ਰਹੀਆਂ, ਬਹੁਤ ਰੇਅਰ ਪਰਿਵਾਰਾਂ 'ਚ ਰਹਿ ਗਏ। ਪਰ ਆਯੁਰਵੇਦ ਸਿਸਟਮ ਜਿਹੜਾ ਸੀਗਾ ਅੱਜ ਤੋਂ 5000 ਸਾਲ ਪਹਿਲਾਂ ਜਿਹੜੇ ਗ੍ਰੰਥ ਲਿਖੇ ਗਏ ਉਹ 'ਚ ਜੋ ਨੁਸਖੇ ਲਿਖੇ ਨੇ ਉਹੀ ਜਾਣੇ ਨੇ ਅੱਗੇ। ਹੁਣ ਜਿਹੜਾ ਇਹ ਗੱਭਰੂ ਡਾਈਟ ਹੈ, ਇਹਨੂੰ ਧਿਆਨ ਨਾਲ ਦੇਖਿਓ। ਸਾਡਾ ਇਹ ਪ੍ਰੋਪਰ ਇੱਕ ਪ੍ਰੋਡਕਟ ਆ ਗੱਭਰੂ ਡਾਈਟ, ਹੈ ਨਾ। ਇਹਨੂੰ ਅਸੀਂ 3 ਮਹੀਨੇ ਕਹਿੰਦੇ ਆ ਪੇਸ਼ੈਂਟ ਖਾਓ। ਔਰ ਪੇਸ਼ੈਂਟ ਕਿਉਂ, ਆਮ ਲੋਕ ਆਪਾਂ ਸਾਰੇ ਤੰਦਰੁਸਤ ਲੋਕ ਅਸੀਂ ਵੀ ਖਾਂਦੇ ਆ। ਮਤਲਬ ਇੱਕ ਨਾਰਮਲ ਡਾਈਟ ਡਾਈਟ ਆ, ਇੱਕ ਚਮਚਾ ਮਤਲਬ ਤੁਸੀਂ ਜਦੋਂ ਖਾਂਦੇ ਹੋ ਨਾ ਜੀ ਸ਼ਾਮ ਨੂੰ ਘਰ ਜਾ ਕੇ ਦੁੱਧ ਨਾਲ ਲੈ ਲਓ ਜਾਂ ਕੋਸੇ ਪਾਣੀ ਨਾਲ ਲੈ ਲਓ, ਤੁਸੀਂ 2 ਘੰਟੇ ਬਾਅਦ 1.5-2 ਘੰਟੇ ਬਾਅਦ ਦੇਖੋਗੇ ਕਿ ਯਾਰ ਬਾਡੀ ਦੇ ਵਿੱਚ ਐਂ ਲੱਗਦਾ ਜਿਵੇਂ ਬਿਲਕੁਲ ਫਰੈਸ਼ ਆ, ਸਾਰੇ ਦਿਨ ਦੀ ਥਕਾਵਟ ਖਤਮ। ਅੱਛਾ, ਸਵੇਰੇ ਤੁਸੀਂ ਜਾਣ ਲੱਗੇ ਆਫਿਸ 'ਚ ਲੈ ਲਓ 11 ਵਜੇ 10 ਵਜੇ, ਜਦੋਂ ਵੀ ਤੁਸੀਂ ਪੂਰਾ ਦਿਨ ਕੰਮ ਕਰੋ ਥਕਾਵਟ, ਮਤਲਬ ਇਹ ਉਹ ਚੀਜ਼ ਹੈ ਕਿ ਇਹਨੇ ਸਰੀਰ ਨੂੰ ਮੱਖਣ ਵਰਗਾ ਅੰਦਰੋਂ ਬਣਾ ਦੇਣਾ, ਕਿਉਂਕਿ ਬੀਰਜ ਨੂੰ ਗਾੜਾ ਕਰ ਦਿੰਦੀ ਹੈ, ਖੂਨ ਬਣਦਾ ਨਵਾਂ, ਔਰ ਇਹਦੇ ਨਾਲ ਤਾਕਤ ਭੁੱਖ ਵਧੀਆ ਲੱਗਣ ਲੱਗ ਜਾਂਦੀ ਹੈ। ਇਨਸਾਨ ਕਹਿੰਦਾ ਵੀ ਮੇਰੀ ਲਾਈਫ ਠੀਕ ਹੋ ਗਈ। ਅੱਛਾ, ਫਿਰ ਜਿਨ੍ਹਾਂ ਨੂੰ ਸਦਾ ਕਬਜ਼ ਰਹਿੰਦੀ ਹੈ ਇਹਦੇ ਵਿੱਚ ਉਹਦੇ ਲਈ ਵੀ 2-3 ਚੀਜ਼ਾਂ ਦਿੱਤੀਆਂ ਗਈਆਂ ਨੇ ਤਾਂ ਕਿ ਪੇਟ ਵੀ ਕਲੀਨ ਹੁੰਦਾ ਰਹੇ। ਹੁਣ ਇਹ 'ਚ ਸਭ ਤੋਂ ਪਹਿਲਾਂ ਕੇਸਰ ਹੈ, ਉਸ ਤੋਂ ਬਾਅਦ ਨਾਗ ਕੇਸਰ ਵੀ ਇਹਦੇ ਵਿੱਚ। ਨਾਗ ਕੇਸਰ ਜਿਹੜਾ ਬਹੁਤ ਗੁੱਡ ਹੈ ਪ੍ਰਜਨਨ ਅੰਗ ਨੂੰ ਤਾਕਤ ਦੇਣ ਵਾਸਤੇ। ਉਸ ਤੋਂ ਬਾਅਦ ਸਾਲਮ ਪੰਜਾ, ਕੌਂਚ ਦਾ ਬੀਜ ਜਿਹੜਾ ਬੀਰਜ ਨੂੰ ਗਾੜਾ ਕਰਦਾ। ਗੋਖਰੂ ਜਿਹੜਾ ਪਿਸ਼ਾਬ ਦੇ ਵਿੱਚ ਜਿੰਨੀ ਵੀ ਪਸ ਹੈ ਉਹਨੂੰ ਖਤਮ ਕਰਦਾ, ਪਿਸ਼ਾਬ ਦੇ ਵਿੱਚ ਜਿੰਨੀ ਵੀ ਗੰਦਗੀ ਆ ਉਹਨੂੰ ਖਤਮ ਕਰਦਾ। ਗੋਖਰੂ ਚੂਰਨ ਜਿਹੜਾ ਪ੍ਰੋਸਟੇਟ ਦੇ ਪੇਸ਼ੈਂਟ ਨੇ, ਜਿਨ੍ਹਾਂ ਦੀ ਪ੍ਰੋਸਟੇਟ ਜਿਵੇਂ ਗਦੂਦ ਵੱਧ ਜਾਂਦੇ ਨੇ, ਉਹ 'ਚ ਗੋਖਰੂ ਜ਼ਬਰਦਸਤ ਚੀਜ਼। ਮਤਲਬ ਇੱਕ ਪ੍ਰੋਡਕਟ ਜਿਹੜਾ ਇਹ ਆ, ਇਹ ਘੱਟੋ ਘੱਟ ਹਰ ਪੁਰਸ਼ ਵਾਸਤੇ ਹਰ ਬਿਮਾਰੀ ਦਾ ਇੱਕ ਟ੍ਰੀਟਮੈਂਟ ਆ। ਮਤਲਬ ਜਿਵੇਂ ਦਿਮਾਗ ਦੁਖਦਾ ਹੈ, ਜਿਵੇਂ ਹੁਣ ਇਹ 'ਚ ਇਹ ਹੋ ਗਿਆ ਤਾਲ ਮਖਾਣਾ, ਫਿਰ ਉਸ ਤੋਂ ਬਾਅਦ ਜਾਇਫਲ, ਫਿਰ ਅਸ਼ਵਗੰਧ ਤੇ ਜਾਇਫਲ, ਇਹ ਨਰਵਾਈਨ ਟੌਨਿਕ ਨੇ, ਖੂਨ ਵਧਾਉਂਦੇ ਨੇ, ਬੀਰਜ ਨੂੰ ਗਾੜਾ ਕਰਦੇ ਆ। ਫਿਰ ਇਹਦੇ ਵਿੱਚ ਹੈਗਾ ਜੀ ਇਹ ਕਿਹੜਾ ਸਾਲਬ ਮਿਸ਼ਰੀ। ਸਾਲਬ ਮਿਸ਼ਰੀ ਜਿਹੜੀ ਆ ਇਹ ਸਾਲਬ ਪੰਜਾ ਤੋਂ ਵੀ ਸਟਰੋਂਗ ਚੀਜ਼ ਆ। ਉਸ ਤੋਂ ਬਾਅਦ ਜਵਿਤਰੀ, ਜਾਇਫਲ ਜਵਿਤਰੀ ਜਿਹਦੇ ਵਿੱਚ ਆ ਗਿਆ, ਉਹ ਜਿਹੜਾ ਪ੍ਰੋਡਕਟ ਬਣ ਜਾਂਦਾ, ਉਹ ਸਾਡੀ ਸੈਕਸੁਅਲ ਵੀਕਨੈਸ ਨੂੰ ਇੰਪਰੂਵ ਕਰ ਦਿੰਦਾ, ਕਮਜ਼ੋਰੀ ਦੂਰ ਕਰ ਦਿੰਦਾ, ਉਹ ਸਾਡੀ ਜਿਹੜੀ ਐਕਟੀਵਿਟੀ ਉਹਨੂੰ ਐਕਟਿਵ ਕਰ ਦਿੰਦਾ। ਤੇ ਉਸ ਤੋਂ ਬਾਅਦ ਇਹਦੇ ਵਿੱਚ ਆ ਗਿਆ ਤੁਹਾਡਾ ਬਾਇਬਡਿੰਗ। ਬਾਇਬਡਿੰਗ ਪੇਟ ਦੀਆਂ ਜਿੰਨੀਆਂ ਵੀ ਪ੍ਰੋਬਲਮ ਨੇ, ਜਿਵੇਂ ਮੰਨ ਲਓ ਕੀੜੇ ਨੇ ਪੇਟ 'ਚ, ਕੋਈ ਵਰਮ ਇਨਫੈਕਸ਼ਨ ਹੈ, ਉਹਨੂੰ ਖਤਮ ਕਰਦਾ। ਉਸ ਤੋਂ ਬਾਅਦ ਆ ਗਿਆ ਤੁਹਾਡਾ ਮਾਲ ਕੰਗਣੀ ਜਿਹੜਾ ਹੈਗਾ ਉਹ ਤੁਹਾਡੇ ਬੁੱਧੀ ਨੂੰ ਤੇਜ਼ ਕਰਦਾ। ਅੱਛਾ, ਮਾਲ ਕੰਗਣੀ ਜਿਵੇਂ ਕਹਿੰਦੇ ਨੇ ਬੱਚਾ ਬੋਲਦਾ ਨਹੀਂ, ਕਿੰਨੇ ਲੇਟ ਹੋ ਗਿਆ ਬੋਲਣ 'ਚ, ਹੁਣ ਅਸੀਂ ਕਹਿੰਦੇ ਮਾਲ ਕੰਗਣੀ ਦਾ ਤੇਲ ਲੈ ਕੇ ਇੱਥੇ ਸਿਰ ਦੇ ਤਾਲੂਏ 'ਚ ਝੱਸਣਾ ਸ਼ੁਰੂ ਕਰ ਦਿਓ, ਬੱਚਾ ਥੋੜੇ ਦਿਨ 'ਚ ਬੋਲਣ ਵਧੀਆ ਲੱਗ ਜਾਂਦਾ। ਤਾਂ ਇਹ 'ਚ ਮਾਲ ਕੰਗਣੀ ਵੀ ਪਾਇਆ ਹੋਇਆ ਤਾਂ ਕਿ ਆਪਣੀ ਜਿਹੜੀ ਬੁੱਧੀ ਹੈ, ਸੈਰੋਟੋਨਿਨ ਹਾਰਮੋਨ ਸਟਰੋਂਗ ਰਹਿਣ ਆਪਣੇ। ਤੇ ਫਿਰ ਇਹਦੇ ਵਿੱਚ ਪਾਇਆ ਹੋਇਆ ਸ਼ਤਾਵਰ ਤੋਂ ਬਾਅਦ ਸਵਰਨ ਬੰਗ, ਸੋਨੇ ਦੀ ਭਸਮ ਵੀ ਪੈਂਦੀ ਆ। ਤੇ ਇਹ ਜਿਹੜੀ ਚੀਜ਼ ਬਣੀ ਹੈ ਇਹ ਆਪਣੇ ਆਪ 'ਚ ਇੱਕ ਬਹੁਤ ਹੀ ਗੋਲਡ ਕੋਇਨ ਆ। ਜਿਹੜੇ ਇਹਨੂੰ ਅਫੋਰਡ ਕਰ ਸਕਦੇ ਆ, ਮੈਂ ਤੁਹਾਨੂੰ ਇਹ ਦੱਸ ਦਿੰਦਾ, ਕੋਈ ਬਹੁਤ ਜ਼ਿਆਦਾ ਕੀਮਤੀ ਨਹੀਂ ਹੈ, ਕਿਤੇ ਸੋਚੋ ਬਹੁਤ ਕੀਮਤੀ ਹੈ, ਕੋਈ ਜ਼ਿਆਦਾ ਕੀਮਤੀ ਨਹੀਂ ਹੈ, ਪਰ ਇਹ ਜ਼ਰੂਰ ਹੈ ਕਿ ਹਰ ਬੰਦੇ ਦੀ ਪਹੁੰਚ ਵਿੱਚ ਨਹੀਂ ਹੈਗਾ। ਪਰ ਜਿਹੜਾ ਬੰਦਾ ਇਹਨੂੰ ਅਫੋਰਡ ਕਰ ਲੈਂਦਾ, ਉਹ ਸਮਝ ਲਓ ਵੀ ਉਹਦੇ ਵਰਗੀ ਰੀਸ ਨਹੀਂ ਹੈਗੀ, ਉਹਨੂੰ ਲਾਈਫ ਟਾਈਮ ਕੋਈ ਜਲਦੀ ਪ੍ਰੋਬਲਮ ਨਹੀਂ ਆਉਂਦੀ। ਇਹ ਕਿੱਦਾਂ ਦੀ ਡਾਈਟ ਬਣੀ ਹੈ। ਫਿਰ ਵੀ ਅਗਰ ਅਸੀਂ ਇਹ ਦੱਸ ਸਕੀਏ ਕਿ ਪੈਕਿੰਗਸ ਜਿਹੜੀਆਂ ਨੇ ਉਹ ਕਿੰਨੇ ਉਸ ਦੇ ਵਿੱਚ ਅਵੇਲੇਬਲ ਨੇ, ਔਰ ਕਿਵੇਂ ਲੋਕੀ ਇਹ ਤੁਹਾਡੇ ਕੋਲੋਂ ਮੰਗਾ ਸਕਦੇ ਨੇ ਜਾਂ ਕਿਵੇਂ ਪਹੁੰਚ ਕਰ ਸਕਦੇ ਆ, ਇਹ ਕਿਤੋਂ ਮਿਲ ਜਾਏਗਾ? ਇਹ 'ਚ ਮੈਂ ਤੁਹਾਨੂੰ ਦੱਸਦਾ, ਗੱਭਰੂ ਡਾਈਟ ਜਿਹੜਾ ਹੈਗਾ ਇਹ ਤਕਰੀਬਨ 9,500 ਰੁਪਏ ਦਾ ਇੱਕ ਪੈਕ ਆ ਜੀ, ਜਿਹੜਾ 40 ਕੁ ਦਿਨ ਚੱਲਦਾ, ਜਿਹੜਾ ਇਹ ਤੁਹਾਡੇ ਕੋਲ ਹੈ, ਜਿਹੜਾ ਇਹ ਚੱਲਦਾ। ਹਾਂ, ਇਹਦੇ ਨਾਲ ਇੱਕ ਕੈਪਸੂਲ ਹੁੰਦਾ, ਇੱਕ ਇਹ ਪਾਊਡਰ ਹੈ। ਮਤਲਬ ਕੈਪਸੂਲ ਅਸੀਂ ਦਿੰਦੇ ਆ, ਉਹ ਵੀ એનર્ਜੈਟਿਕ ਆ। ਤੇ ਇਹ 2 ਚੀਜ਼ਾਂ ਦਾ ਸੈੱਟ ਹੁੰਦਾ, ਕੋਈ ਜ਼ਿਆਦਾ ਨਹੀਂ ਹੈ, 9,500 ਰੁਪਇਆ। ਤੇ ਇਹ 45 ਦਿਨ ਦਾ, ਔਰ ਅਸੀਂ ਸਾਰਿਆਂ ਨੂੰ ਕਹਿੰਦੇ ਇਹਨੂੰ 3 ਮਹੀਨੇ ਕਰੋ, ਡਬਲ ਕਰ ਲਿਓ, ਕੋਈ ਜ਼ਿਆਦਾ ਕਾਸਟ ਨਹੀਂ ਹੈ। ਪਰ ਇਹ ਜ਼ਰੂਰ ਹੈ ਵੀ ਆਮ ਜਿਹੜੇ ਆਪਾਂ ਮੁਰੱਬੇ ਖਾਂਦੇ ਆ, ਹੋਰ ਚੀਜ਼ਾਂ ਖਾਂਦੇ ਆ, ਉਹਨਾਂ ਚੀਜ਼ਾਂ ਨਾਲੋਂ ਇਹ ਕਿਤੇ ਉੱਤਮ ਹੈ। ਐਕਸਟ੍ਰੈਕਟ ਨੇ ਇਹਦੇ ਵਿੱਚ, ਆਮਲਾ ਵੀ ਹੈ, ਹਰੜ ਵੀ ਹੈ, ਬਹਿੜਾ ਵੀ ਹੈ, ਬਹੁਤ ਸਾਰੀਆਂ ਚੀਜ਼ਾਂ ਦਾ ਮਿਸ਼ਰਣ ਇਹ 'ਚ ਦਿੱਤਾ ਗਿਆ ਜੀ। ਤੇ ਜੇ ਤੁਹਾਡੇ ਕੋਲੇ ਦਰਸ਼ਕ ਜਿਹੜੇ ਦੇਖ ਰਹੇ ਨੇ, ਇਹਨਾਂ 'ਚੋਂ ਕੋਈ ਵੀ ਚੀਜ਼ ਅਗਰ ਆਰਡਰ ਕਰਨਾ ਚਾਹੁੰਦੇ ਨੇ, ਕਿਉਂਕਿ ਬਹੁਤ ਸਾਰੇ ਵਿਦੇਸ਼ਾਂ ਤੋਂ ਵੀ ਦੇਖਦੇ ਨੇ, ਸੋ ਇੰਡੀਆ ਤੋਂ ਵੀ ਦੇਖ ਰਹੇ ਨੇ, ਤਾਂ ਕਿਸ ਤਰੀਕੇ ਦੇ ਨਾਲ ਤੁਹਾਡੇ ਤੱਕ ਪਹੁੰਚ ਕਰ ਸਕਦੇ ਨੇ, ਆਰਡਰ ਪਲੇਸ ਕਰ ਸਕਦੇ ਨੇ ਆਪਣਾ? ਸਾਰੇ ਆਪਣੇ ਕੋਲੇ ਅਵੇਲੇਬਲ ਨੇ ਜੀ। ਜਿੰਨੇ ਵੀ ਲੋਕੀ ਆਪਾਂ ਨੂੰ ਦੇਖ ਰਹੇ ਆ, ਉਹ ਸਾਰੇ ਲੋਕੀ, ਮੇਰਾ ਨੰਬਰ ਜਿਹੜਾ ਹੈਗਾ ਸਕਰੀਨ ਤੇ ਹੈਗਾ 99 150 99 575
99 150 72 372। ਮਤਲਬ ਇਹ ਜਿਹੜੇ 2 ਨੰਬਰ ਹੈ ਨਾ ਜੀ, ਇਹ ਮੇਰੇ ਕੋਲ ਆ। WhatsApp ਕਾਲ ਕਰੋ, WhatsApp ਤੇ ਮੈਸੇਜ ਪਾ ਦਿਓ। ਅੱਜ ਕੱਲ੍ਹ ਕਾਲ ਵੀ ਬਹੁਤ ਔਖੀ ਹੈ, ਤੁਸੀਂ ਮੈਸੇਜ ਪਾ ਕੇ ਛੱਡ ਦਿਓ, ਉਹਦਾ ਰਿਪਲਾਈ ਜ਼ਰੂਰ ਆਊਗਾ 1-2 ਦਿਨ ਦੇ ਵਿੱਚ। ਔਰ ਬਹੁਤ ਸੌਖਾ ਤਰੀਕਾ, ਲੋਕੀ ਉਦੋਂ ਪੇਮੈਂਟ ਵਗੈਰਾ ਦੇ ਦਿੰਦੇ ਨੇ, ਜਾਂ ਇੰਡੀਆ 'ਚ ਰਿਲੇਟਿਵ ਹੁੰਦਾ ਕੋਈ ਪੇਮੈਂਟ ਦੇ ਜਾਂਦਾ, ਤੇ ਉਸ ਤੋਂ ਬਾਅਦ ਅਸੀਂ ਕੋਰੀਅਰ ਇੱਥੋਂ ਕਰਦੇ ਹਾਂ। ਅਸੀਂ ਕਿਸੇ ਨੂੰ ਇਹ ਨਹੀਂ ਸਲਾਹ ਦਿੰਦੇ ਵੀ ਆਪਦੇ ਆਪ ਬਾਈ ਹੈਂਡ ਦਵਾਈਆਂ ਲੈ ਕੇ ਜਾਓ। ਅਸੀਂ ਕਹਿੰਦੇ ਵੀ ਦਵਾਈ ਕੋਰੀਅਰ ਮੰਗਵਾਓ, ਤਾਂ ਕਿ ਕੋਈ ਰਿਸਕ ਹੈ ਹੀ ਨਹੀਂ। ਗੌਰਮੈਂਟ ਤੋਂ ਰਜਿਸਟਰਡ ਹੈ, ਔਰ ਬਕਾਇਦਾ ਗੌਰਮੈਂਟ ਤੋਂ ਸਰਟੀਫਾਈਡ ਨੇ ਸਾਰੀਆਂ ਦਵਾਈਆਂ, GMP ਸਰਟੀਫਾਈਡ ਆ। ਘਰੇ ਕਿਸੇ ਦੇ ਪਹੁੰਚਣ ਲਈ ਕੋਈ ਟਾਈਮ ਨਹੀਂ ਲੱਗਦਾ। ਵੱਧ ਤੋਂ ਵੱਧ ਹਫ਼ਤੇ 10 ਦਿਨ 'ਚ, ਵੱਧ ਤੋਂ ਵੱਧ 10 ਦਿਨ 'ਚ ਦਵਾਈ ਜਿਹੜੀ ਆ ਉਹ ਸਾਡੇ ਪੇਸ਼ੈਂਟ ਨੂੰ ਮਿਲ ਜਾਂਦੀ ਆ, ਚਾਹੇ ਉਹ ਕੈਨੇਡਾ 'ਚ ਬੈਠਾ, ਚਾਹੇ USA 'ਚ ਬੈਠਾ, ਚਾਹੇ ਕਿਤੇ UK 'ਚ ਬੈਠਾ। ਜੇ ਕੋਈ ਇੰਡੀਆ 'ਚ ਬੈਠਾ ਤਾਂ ਉਹਨੂੰ ਤਾਂ ਵੱਧ ਤੋਂ ਵੱਧ ਤੀਜੇ ਦਿਨ ਮਿਲ ਜਾਂਦੀ ਹੈ ਜੀ। ਸੋ ਇਸ ਨੂੰ ਜਿਵੇਂ ਪੰਚਮ ਹਲਦੀ ਦੀ ਗੱਲ ਕੀਤੀ ਹੈ ਅਸੀਂ, ਗੋਇਲ ਸਾਹਿਬ, ਅਸੀਂ ਗੱਭਰੂ ਚੂਰਨ ਦੀ ਗੱਲ ਕੀਤੀ ਹੈ ਨਾ। ਸੋ ਇਹ ਕਿਸੇ ਵੀ ਉਮਰ ਦੇ ਵਰਗ ਦੇ ਬੰਦਾ ਕੋਈ ਵੀ ਖਾ ਸਕਦਾ, ਜਾਂ ਉਹਨਾਂ ਦੀ ਅਲੱਗ-ਅਲੱਗ ਡਾਈਟਸ ਹੋਣਗੀਆਂ ਵੀ ਇਸ ਏਜ ਦੇ ਬੰਦੇ ਨੇ ਇੰਨੀ ਖਾਣੀ ਹੈ ਕੁਆਂਟੀਟੀ, ਜਾਂ ਕਿਸੇ ਏਜ ਦੇ ਨੇ ਕੁਝ ਹੋਰ ਖਾਣੀ ਹੈ? ਹਾਂ, ਕੁਆਂਟੀਟੀ ਤਾਂ ਜ਼ਰੂਰ ਹੁੰਦੀ ਹੈ ਜੀ। ਜਿਵੇਂ ਹੁਣ ਮੰਨ ਲਓ ਪੰਚਮ ਹਲਦੀ ਦੀ ਅਸੀਂ ਗੱਲ ਕਰੀਏ, ਇਹ 5 ਸਾਲ ਦੇ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ, ਜੀ, ਲੇਡੀਜ਼ ਵਿੱਚ ਵੀ ਜੈਂਟਸ ਵਿੱਚ ਵੀ ਕੋਈ ਵੀ ਲੈ ਸਕਦਾ। ਔਰ ਖਾਸ ਕਰ ਜਿਹੜੀਆਂ ਕੁੜੀਆਂ ਨੂੰ ਉਮਰ ਦੇ ਹਿਸਾਬ ਨਾਲ ਹਾਰਮੋਨਲ ਚੇਂਜ ਆਉਂਦੀ ਆ, ਹਾਈਟ ਵਧਣ 'ਚ ਪ੍ਰੋਬਲਮ ਆ, ਗਰੋਥ 'ਚ ਪ੍ਰੋਬਲਮ ਆ, ਉਹਨਾਂ ਲਈ ਬਹੁਤ ਵਧੀਆ। ਜਿਨ੍ਹਾਂ ਨੂੰ ਪੀਰੀਅਡ 'ਚ ਪ੍ਰੋਬਲਮ ਆ ਉਹਨਾਂ ਲਈ ਬਹੁਤ ਵਧੀਆ। ਇੱਦਾਂ ਹੀ ਸਾਡੇ ਜਿਹੜੇ ਮੁੰਡੇ ਆ ਜਿਨ੍ਹਾਂ ਨੂੰ ਹਾਰਮੋਨ ਚੇਂਜ ਆਉਂਦੀ ਆ, ਦਾੜੀ ਮੁੱਛ ਨਿਕਲਣ ਲੱਗਦੀ ਆ, ਉਸ ਟਾਈਮ ਉਹਨਾਂ ਲਈ ਬਹੁਤ ਵਧੀਆ। ਕਿਤੇ ਉਸ ਟਾਈਮ ਦਿੱਤੀ ਜਾਵੇ ਹਾਈਟ, ਜੇ ਮਤਲਬ ਉਹਦੀ ਵਧਣੀ ਹੈ ਜਿੰਨੀ, ਉਸ ਤਰ੍ਹਾਂ 1 ਇੰਚ ਫਾਲਤੂ ਮਿਲੂਗੀ, ਇੰਨੀ ਵਧੀਆ ਚੀਜ਼ ਆ। ਤੇ ਜਿਹੜੇ ਆਪਣੇ ਹੋਰ ਵੀ ਉਸ ਤੋਂ ਬਾਅਦ ਜਿਹੜੇ ਉਮਰ ਦੇ ਹੋ ਜਾਂਦੇ ਆ, ਮਤਲਬ ਉਮਰ ਹੋ ਗਈ ਤਾਂ ਥਕਾਵਟ ਤਾਂ ਨਾਰਮਲ ਗੱਲ ਆ। ਅੱਜ ਕੱਲ੍ਹ 20 ਸਾਲ 25 ਸਾਲ ਦਾ ਜਿਹੜਾ ਬॉय ਹੈ ਜਾਂ ਗਰਲ ਹੈ, ਉਹ ਵੀ ਆਫਿਸ ਦੇ ਵਿੱਚ ਜੌਬ ਕਰਦਾ। ਤੁਸੀਂ ਜਾਓ ਕਿਤੇ ਕਿਸੇ ਵੀ ਬੈਂਕ 'ਚ ਚਲੇ ਜਾਓ, ਯੰਗ ਬੱਚੇ ਕੰਮ ਕਰ ਰਹੇ ਨੇ, ਉਹਨਾਂ ਦਾ ਵੀ ਹਾਲ ਬੁਰਾ ਹੈ ਨਾ। ਉਹਨਾਂ ਤੋਂ ਮਤਲਬ ਡੀਲਿੰਗ ਬਹੁਤ ਵਧੀਆ ਹੋ ਗਈ ਉਹਨਾਂ ਦੀ ਪੁਰਾਣੇ ਲੋਕਾਂ ਨਾਲੋਂ, ਪਰ ਉਹ ਥੱਕੇ ਰਹਿੰਦੇ ਆ ਵਿਚਾਰੇ। ਲੇਕਿਨ એનર્ਜੀ ਜਿਹੜੀ ਉਹ ਲੈਂਦੇ ਆ, ਉਹ ਕਿੱਥੋਂ ਲੈਂਦੇ ਆ? ਕੋਲਡ ਡਰਿੰਕ ਤੇ 버ਗਰ 'ਚੋਂ ਨਹੀਂ ਮਿਲਦੀ, ਉਹਨਾਂ ਦਾ ਮਜਬੂਰੀ ਹੈ ਖਾਣਾ, ਹੈ ਨਾ। ਤਾਂ ਇਹ ਜਿਹੜੀਆਂ ਚੀਜ਼ਾਂ ਨੇ, ਇਹਨਾਂ ਨੂੰ ਆਪਣੀ ਲਾਈਫ ਦਾ ਹਿੱਸਾ ਬਣਾਉਣਾ ਚਾਹੀਦਾ। ਬਾਕੀ ਜਿਹੜੀ ਸਾਡੀ ਗੱਭਰੂ ਡਾਈਟ ਆ, ਉਹ ਜ਼ਰੂਰ ਮੈਂ ਕਹਿਣਾ ਹੁੰਦਾ ਕਿ 18 ਸਾਲ ਤੋਂ ਲੈ ਕੇ 98 ਸਾਲ ਦੀ ਉਮਰ ਤੱਕ ਹਰ ਬੰਦਾ ਲੈ ਸਕਦਾ। 18 ਸਾਲ ਤੋਂ ਘੱਟ ਉਮਰ ਦੇ ਵਿੱਚ ਗੱਭਰੂ ਡਾਈਟ ਜਿਹੜੀ ਆ, ਉਹ ਅਸੀਂ ਕਿਸੇ ਨੂੰ ਵੀ ਐਡਵਾਈਸ ਨਹੀਂ ਕਰਦੇ। ਗੋਇਲ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਜਵਾਨਾਂ ਦੇ ਵਿੱਚ ਉਹ ਐਨਰਜੀ ਜਿਹੜੀ ਹੈਗੀ ਆ ਉਹ ਪੀਜ਼ਾ 버ਗਰ ਇਹਨਾਂ ਚੀਜ਼ਾਂ ਤੋਂ ਤਾਂ ਨਹੀਂ ਮਿਲਦੀ, ਔਰ ਆਮ ਤੌਰ ਦੇ ਉੱਤੇ ਅਸੀਂ ਇਹ ਵੀ ਦੇਖਦੇ ਹਾਂ ਕਿ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਐਨਰਜੀ ਡਰਿੰਕਸ ਵੀ ਆ ਗਈਆਂ। ਕੀਮਤ ਵੱਖਰੀ ਹੈਗੀ ਹੈ, ਸਸਤੀਆਂ ਵੀ ਨੇ, ਮਹਿੰਗੀਆਂ ਵੀ ਨੇ, ਪਰ ਆਮ ਤੌਰ ਦੇ ਉੱਤੇ ਗੱਲ ਕਰੀਏ ਤਾਂ 100-150 ਰੁਪਏ ਤੱਕ ਦੀ ਜਿਹੜੀ ਹੈ ਉਹ ਮਿਲਦੀ ਹੈ। ਸੋ ਇਸ ਤੋਂ ਇਲਾਵਾ ਕਈ ਲੋਕ ਜਿਹੜੇ ਨੇ ਕੌਫੀ ਪੀਣ ਦੇ ਪਸੰਦ ਹੁੰਦੇ ਨੇ, ਉਹਨਾਂ ਨੂੰ ਲੱਗਦਾ ਹੈ ਕਿ ਕੌਫੀ ਤੋਂ ਐਨਰਜੀ ਮਿਲ ਗਈ। ਕਈ ਲੋਕ ਚਾਹ ਪੀਣ ਦੇ ਪਸੰਦ ਕਰਦੇ ਨੇ, ਚਾਹ ਤੋਂ ਉਹਨਾਂ ਨੂੰ ਲੱਗਦਾ ਕਿ ਐਨਰਜੀ ਮਿਲ ਗਈ। ਤਾਂ ਪਰ ਇਹਨਾਂ ਚੀਜ਼ਾਂ ਦੇ ਅਸੀਂ ਨੁਕਸਾਨ ਵੀ ਸੁਣਦੇ ਹਾਂ ਕਿ ਨੁਕਸਾਨ ਵੀ ਹੁੰਦੇ ਨੇ। ਔਰ ਜਿਵੇਂ ਕਿ ਤੁਸੀਂ ਦੱਸਿਆ ਕਿ ਪੰਚਮ ਹਲਦੀ ਜਾਂ ਫਿਰ ਗੱਭਰੂ ਚੂਰਨ, ਇਹ ਵੀ ਐਨਰਜੀ ਦਿੰਦੇ ਆ। ਸੋ ਇਹਨਾਂ ਦੀ ਐਨਰਜੀ 'ਚ ਔਰ ਉਹਨਾਂ ਦੀ ਐਨਰਜੀ 'ਚ ਫਰਕ ਕੀ ਹੈ, ਤੇ ਜਿਵੇਂ ਕਿ ਅਸੀਂ ਸੁਣਦੇ ਹਾਂ ਕਿ ਉਹਨਾਂ ਚੀਜ਼ਾਂ ਦੇ ਸਾਈਡ ਇਫੈਕਟ ਕੀ ਹੁੰਦੇ ਨੇ, ਤਾਂ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਾਣੂ ਕਰਵਾਓ। ਦੇਖੋ, ਇਹ ਜਿਹੜੀ ਹੈ, ਇਹ ਸਾਡੀ ਘਰ ਦੀ ਖੁਰਾਕ ਹੈ। ਇਹਦਾ ਫਰਕ ਹੈ ਕਿ ਘਰ ਦੀ ਜਿਹੜੀ ਦਾਲ ਰੋਟੀ ਹੈ, ਉਹ ਹੋਟਲਾਂ ਦੇ ਚਿਕਨ ਨਾਲੋਂ ਵੀ ਵਧੀਆ ਐਨਰਜੀ ਦੇ ਦਿੰਦੀ ਹੈ। ਇਹ ਸਾਡੀ ਘਰ ਦੀ ਡਾਈਟ ਆ ਜੀ। ਜਿਵੇਂ ਹੁਣ ਅਸੀਂ ਗੱਭਰੂ ਡਾਈਟ ਦੇ ਰਹੇ ਹਾਂ, ਇਹ ਤੇ ਇੱਕ ਚੀਜ਼ ਮੈਂਸ਼ਨ ਆ। ਆਮ ਆਦਮੀ ਜਦੋਂ ਲੈਣ ਜਾਂਦਾ ਮਾਰਕੀਟ 'ਚ, ਬੜਾ ਮਹਿੰਗਾ ਪੈਂਦਾ। ਹੁਣ ਜਿਵੇਂ ਮੈਂ ਇੱਕ ਚੀਜ਼ ਬੋਲੀ ਸੀ, ਕੇਸਰ ਹੈ, ਕਸਤੂਰੀ ਹੈ, ਸਵਰਨ ਭਸਮ ਹੈ, ਜਾਇਫਲ ਹੈ, ਜਵਿਤਰੀ ਹੈ, ਮਾਲਕੰਗਨੀ ਹੈ, ਇਹ ਜਿਹੜੀਆਂ ਚੀਜ਼ਾਂ ਨੇ, ਇਹ ਅੱਗੇ ਸਾਡੇ ਬਜ਼ੁਰਗ ਲੇਡੀਜ਼ ਕੀ ਕਰਦੀਆਂ ਸੀ, ਪੰਜੀਰੀ 'ਚ ਆਮ ਪਾਉਂਦੀਆਂ ਸੀ ਜੀ, ਤਕੜੇ ਰਹਿੰਦੇ ਸੀ। ਕਦੇ ਕਮਰ ਦਰਦ ਦੇ ਵਿੱਚ ਕਮਰ ਕੱਸ ਪਾ ਦਿੱਤਾ, ਇਹ ਜਿਹੀਆਂ ਚੀਜ਼ਾਂ। ਉਹ ਦੇਖੋ, ਉਹਨਾਂ ਜੜੀ ਬੂਟੀਆਂ ਦਾ ਸਾਡੇ ਪੂਰਵਜ ਜਿਹੜੇ ਨੇ ਨਾਮ ਹੀ ਉਹੋ ਜਿਹਾ ਰੱਖ ਕੇ ਗਏ, ਕਮਰ ਕੱਸ। ਤਾਂ ਉਹ ਆਪਣੀ ਬੈਕ ਨੂੰ ਤਾਕਤ ਦਿੰਦੀ ਹੈ। ਇਸ ਤਰ੍ਹਾਂ ਇਹ ਜਿਹੜੀਆਂ ਚੀਜ਼ਾਂ ਨੇ, ਜਿਵੇਂ ਹੁਣ ਮੰਨ ਲਓ ਮਾਰਕੀਟ 'ਚ ਆਪਾਂ એનર્ਜੀ ਡਰਿੰਕ ਲੈ ਲਿਆ, ਮੈਂ ਕਹਿੰਦਾ 100 ਰੁਪਏ ਦਾ ਪੀ ਲਓ, 200 ਰੁਪਏ ਦਾ ਪੀ ਲਓ, ਚਾਹੇ 20 ਰੁਪਏ ਦਾ ਪੀ ਲਓ, ਉਹਨੇ ਉਨੀ એનર્ਜੀ ਦੇ ਦੇਣੀ ਆ। ਰੀਜ਼ਨ ਕੀ ਆ ਕਿ ਉਹ ਤੁਹਾਨੂੰ ਇੱਕ ਮਤਲਬ ਤੁਸੀਂ ਠੰਡਾ ਕੋਈ ਪੇ ਲੈ ਲਿਆ, ਬਸ। ਮਾਰਕੀਟ 'ਚੋਂ ਦੁੱਧ ਪੀ ਲਓ ਤੁਸੀਂ, ਮਤਲਬ ਬੰਦ ਬੋਤਲ ਵਾਲਾ, ਉਹਦੇ ਵਿੱਚ ਵੀ ਉਹੀ ਕੁਛ ਹੈ, ਉਹ 'ਚ ਦੁੱਧ ਨਹੀਂ ਹੈਗਾ, ਬੰਦ ਬੋਤਲ। ਇਹਦੇ ਨਾਲੋਂ ਬੈਟਰ ਆ ਤੁਸੀਂ ਬੱਕਰੀ ਦਾ ਦੁੱਧ ਪੀਓ। ਸਾਲ 'ਚ ਘੱਟੋ ਘੱਟ 365 ਦਿਨ ਨੇ, ਉਹਦੇ ਵਿੱਚੋਂ 65 ਦਿਨ ਹੀ ਪੀ ਲਓ ਬੱਕਰੀ ਦਾ ਦੁੱਧ, ਤੇ ਗਾਂ ਦਾ ਦੁੱਧ ਪੀਓ, ਹੈ ਨਾ। ਔਰ ਉਹਦੇ 'ਚ ਕੁਛ ਨਾ ਕੁਛ ਮਿਨਰਲਸ ਮਿਲਣਗੇ, ਕੁਛ ਨਾ ਕੁਛ ਚੀਜ਼ ਤਾਂ ਹੋਊਗੀ ਨਾ। ਹਾਂ, ਰਹੀ ਗੱਲ ਜਿਹੜੇ ਅਸੀਂ ਹੁਣ ਡੱਬਾ ਬੰਦ ਫੂਡ ਲੈਂਦੇ ਹਾਂ, ਉਹਦੀ ਕੋਈ ਵੀ એનર્ਜੀ ਨਹੀਂ ਹੈ।
એનર્ਜੀ ਸਾਨੂੰ ਮਿਲਣੀ ਆ, ਜਿਹੜੀ ਮਿਲਣੀ ਆ ਉਹ ਸਾਨੂੰ ਅਖੀਰ ਮੁੜ ਕੇ ਵਾਪਸ ਆਉਣਾ ਪੈਣਾ ਸਾਡੀ ਆਪਣੀ ਰਸੋਈ ਦੇ ਵਿੱਚ। ਜਦੋਂ ਅਸੀਂ ਆਪਣੀ ਰਸੋਈ 'ਚ, ਹੁਣ ਇੱਕ ਚੀਜ਼ ਹੋਰ ਦੱਸਦਾ ਤੁਹਾਨੂੰ, ਜਿਹੜੇ ਲੋਕ ਕਹਿੰਦੇ ਨੇ ਜਨਮ ਜਨਮਾਂਤਰ ਤੋਂ ਸਰ ਸਾਡੀ ਕਬਜ਼ ਨਹੀਂ ਹਟਦੀ, ਸੱਚਾਈ ਹੈ। ਬਹੁਤ ਲੋਕ ਨੇ ਕਬਜ਼ ਤੋਂ ਹੀ ਪਰੇਸ਼ਾਨ ਨੇ। ਉਹ ਕਈ ਵਾਰੀ ਜੇ ਕੋਈ ਮਹਿਮਾਨ ਕਹਿ ਦੇਵੇ ਸਵੇਰੇ 10 ਵਜੇ ਆ ਜੀ ਤੂੰ ਮੈਨੂੰ ਮਿਲਣ, ਉਹ ਜਾ ਹੀ ਨਹੀਂ ਪਾਉਂਦੇ, ਕਿਉਂਕਿ ਉਹਨਾਂ ਨੂੰ ਪਤਾ ਪੇਟ ਹੀ ਨਹੀਂ ਯਾਰ ਕਲੀਅਰ, ਗੱਲ ਹੀ ਨਹੀਂ ਹੋਣੀ ਮੇਰੇ ਤੋਂ। 4-5 ਵਾਰੀ ਉਹਨਾਂ ਨੂੰ ਟਾਇਲਟ ਜਾਣਾ ਪੈਂਦਾ। ਉਹਨਾਂ ਲੋਕਾਂ ਵਾਸਤੇ ਸਭ ਤੋਂ ਵਧੀਆ ਚੀਜ਼ ਰੱਬ ਨੇ ਕੀ ਬਣਾਈ ਆ? ਮੂਲੀ ਔਰ ਗਾਜਰ ਜੀ। ਮੂਲੀ ਜਿਹੜੀ ਆ ਉਹਨੂੰ ਛਿਲਕੇ ਚੰਗੀ ਤਰ੍ਹਾਂ ਪਿੱਲਰ ਦੇ ਨਾਲ ਛਿੱਲ ਦੋ, ਛਿੱਲ ਕੇ ਉਹਨੂੰ ਵਿੱਚੋਂ 4 ਫਾੜ ਕਰ ਲਓ। 4 ਫਾੜ ਕਰਕੇ ਉਹਨੂੰ ਤਾਰ ਤੇ ਟੰਗ ਦਿਓ ਬਾਹਰ, ਉਸ ਦੇ ਵਿੱਚ ਮੌਸਮ ਦੀ ਉਸ ਪਹਿਨ ਦਿਓ ਤੇ ਰਾਤ ਨੂੰ ਅੱਛਾ ਨਮਕ ਲਾ ਕੇ ਟੰਗਣੀ ਆ। ਤੁਸੀਂ ਦੇਖੋਗੇ ਸਵੇਰੇ ਥੱਲੇ ਇੰਨਾ ਪਾਣੀ ਗਿਰਿਆ ਹੋਊਗਾ ਮੂਲੀ ਦਾ, ਸਾਰਾ ਨਿਕਲ, ਅਸਲੀ ਜਿਹੜਾ ਮੂਲੀ ਦਾ ਤੱਤ ਹੈ ਉਹ ਬਚੂਗਾ। ਉਹਨੂੰ ਬੁਰਕੀਆਂ ਵੱਢ ਵੱਢ ਕੇ ਖਾਓ ਸਵੇਰੇ ਸਵੇਰੇ, ਕਿਉਂਕਿ ਇੱਕ ਤਾਂ ਮੂੰਹ ਦੀ ਜੁਗਾਲੀ ਹੋ ਜੂਗੀ, ਸਾਡਾ ਜਬੜਾ ਜਿਹੜਾ ਐਕਸਰਸਾਈਜ਼ ਹੋ ਜਾਂਦੀ ਹੈ, ਫਿਰ ਸਾਡੇ ਮਸਲ ਸਟਰੋਂਗ ਹੁੰਦੇ ਆ, ਦੰਦ ਸਟਰੋਂਗ ਹੁੰਦੇ ਆ। ਫਿਰ ਉਹ ਮੂਲੀ ਜਿਹੜੀ ਆ ਸਾਡੀ ਐ ਸਮਝ ਲਓ ਵੀ ਪਾਚਨ ਕਿਰਿਆ ਨੂੰ ਠੀਕ ਕਰਦੀ ਆ। ਸਾਡੀ ਜਿਹੜੀ ਨਾਭੀ ਸਿਸਟਮ ਹੈ, ਧਰਨ ਹੈ ਜਿਹੜੀ, ਉਹਨੂੰ ਸੈੱਟ ਕਰਦੀ ਆ। ਕਿ ਕਹਿੰਦੇ ਤੇਰੀ ਧਰਨ ਠੀਕ ਕਰਨ ਵਾਲੀ ਆ, ਤਾਂ ਉਹ ਉਹਨੂੰ ਧਰਨ ਨੂੰ ਠੀਕ ਕਰਦੀ ਆ। ਤੇ ਉਹ ਮੂਲੀ, ਫਿਰ ਗਾਜਰ, ਦੂਜਾ ਕੰਮ ਗਾਜਰ, ਇੱਕ ਗਾਜਰ, ਇਸ ਤੋਂ ਵੱਧ ਨਹੀਂ ਖਾਣੀ। ਕਈ ਲੋਕੀ ਕਹਿੰਦੇ ਨੇ ਜੇ ਹੁਣ ਗੋਇਲ ਸਾਹਿਬ ਨੇ ਦੱਸਤਾ ਤਾਂ ਗਾਜਰ ਨੂੰ ਵੱਢ ਪਾ ਦਿਓ। ਗਾਜਰ ਜ਼ਿਆਦਾ ਨਹੀਂ ਖਾਣੀ। ਜਿਹੜੇ ਲੋਕੀ ਗਾਜਰ ਦਾ ਜੂਸ ਵੀ ਪੀਂਦੇ ਆ ਉਹ ਵੀ ਬਹੁਤ ਜ਼ਿਆਦਾ ਹੈਵੀ ਹੋ ਜਾਂਦਾ। ਗਾਜਰ ਦੇ ਵਿੱਚ ਫਾਈਬਰ ਬਹੁਤ ਹੁੰਦਾ। ਜੇ ਅਸੀਂ ਗਾਜਰ ਕੱਲੀ ਖਾਣੀ ਆ ਤਾਂ ਇੱਕ ਗਾਜਰ ਡੇਲੀ ਜੀ ਦੰਦੀਆਂ ਵੱਢ ਵੱਢ ਕੇ ਖਾਓ। ਇੱਕ ਗਾਜਰ ਖਾਓ, ਟਾਈਮ ਕੋਈ ਵੀ ਤੁਸੀਂ ਆਪਦਾ ਸਿਲੈਕਟ ਕਰੋ, ਜਦੋਂ ਭੁੱਖ ਲੱਗੇ ਉਦੋਂ ਖਾ ਕੇ ਦੇਖਿਓ। ਮੈਂ ਕਹਿੰਦਾ ਦੁਪਹਿਰ ਦੀ ਜਦੋਂ ਤੇਜ਼ ਭੁੱਖ ਲੱਗੀ ਹੋਵੇ ਗਾਜਰ ਖਾਓ, ਤੁਹਾਨੂੰ ਘੰਟਾ 1.5 ਘੰਟਾ ਮਤਲਬ એનર્ਜੀ ਰਹੂਗੀ ਬਾਡੀ ਦੇ ਵਿੱਚ। ਔਰ ਤੁਹਾਨੂੰ ਐ ਲੱਗੂ ਜਿਵੇਂ ਅਸੀਂ 200 ਰੁਪਏ ਦਾ ਕੋਈ એનર્ਜੀ ਡਰਿੰਕ ਪੀ ਲਿਆ ਕੱਲੀ ਗਾਜਰ ਖਾ ਕੇ। ਉਹ ਇੱਕ ਤਾਕਤ ਵਾਲੀ ਚੀਜ਼ ਹੈ। ਉਹਦੇ ਨਾਲ ਤੁਹਾਡੇ ਚਿਹਰੇ ਤੇ ਲਾਲੀ ਆਊਗੀ, ਗੱਲਾਂ ਤੇ ਲਾਲੀ ਆਊਗੀ, ਗੱਲਬਾਤ ਦੇ ਵਿੱਚ ਵਜ਼ਨ ਆਊਗਾ, ਤੁਸੀਂ ਕੌਨਫੀਡੈਂਸ ਨਾਲ ਗੱਲ ਕਰ ਪਾਓਗੇ। ਇਸ ਕਰਕੇ ਮੂਲੀ ਔਰ ਗਾਜਰ ਜਿਹੜੀ ਆ, ਉਹ ਮੂਲੀ ਸਾਡੀ ਪਾਚਨ ਕਿਰਿਆ ਨੂੰ ਠੀਕ ਕਰਦੀ ਹੈ, ਗਾਜਰ ਸਾਡੇ ਜਿਹੜਾ ਬਲੱਡ ਨੂੰ ਪਿਉਰੀਫਾਈ ਕਰਦੀ ਹੈ, ਫਿਰ ਸਾਡੇ ਉਹ ਜਿਹੜਾ ਮਿਹਦੇ ਦੇ ਵਿੱਚ ਹਾਜ਼ਮਾ ਹੈ ਉਹਨੂੰ ਦਰੁਸਤ ਕਰਦੀ ਹੈ। ਔਰ ਇਹ ਦੋ ਚੀਜ਼ਾਂ ਜਿਹੜੀਆਂ ਨੇ ਬਹੁਤ ਬੈਸਟ ਨੇ। ਅੱਛਾ, ਜਿਵੇਂ ਤੁਸੀਂ ਮੂਲੀ ਦੀ ਗੱਲ ਕੀਤੀ, ਤੁਸੀਂ ਕਿਹਾ ਕਿ ਮੂਲੀ ਨੂੰ ਨਮਕ ਲਾ ਕੇ ਟੰਗ ਦਿਓ, ਹੈ ਨਾ, ਉਹਦੇ ਵਿੱਚੋਂ ਜਿਹੜਾ ਪਾਣੀ ਹੈਗਾ ਉਹ ਰਿਸ ਜੇਗਾ, ਨਿਕਲ ਜੇਗਾ। ਤਾਂ ਇਸ ਦੀ ਉਹ ਪਾਣੀ ਦੀ ਕੀ ਵਜ੍ਹਾ ਹੈਗੀ? ਕਈ ਲੋਕੀ ਨਾਰਮਲੀ ਅਸੀਂ ਖਾਣੇ ਨਾਲ ਵੀ ਖਾਂਦੇ ਤਾਂ ਸਿੱਧਾ ਨੂਣ ਪਾ ਕੇ ਤੇ ਖਾ ਲੈਂਦੇ ਆ, ਜਾਂ ਨਿੰਬੂ ਛਿੜਕ ਕੇ ਉੱਤੇ ਖਾ ਲੈਂਦੇ, ਤਾਂ ਕੀ ਫਰਕ ਦੋਨਾਂ ਦੇ ਵਿੱਚੋਂ ਕੀ ਫਰਕ ਪੈਂਦਾ? ਤੇਜ਼ਾਬ ਹੁੰਦਾ ਇਹਦੇ ਵਿੱਚ ਜੀ। ਜਿਹੜੀ ਪਾਚਨ ਕਿਰਿਆ ਵਾਸਤੇ, ਜਿਵੇਂ ਅਸੀਂ ਕਹਿੰਦੇ ਵੀ ਇਹ ਜਿਹੜੀ ਤੁਹਾਡੀ ਪੇਟ ਦੇ ਵਿੱਚ ਗਰਮੀ ਆ ਜੀ, ਜਿਗਰ ਦੇ ਵਿੱਚ ਗਰਮੀ ਆ, ਤੁਹਾਨੂੰ ਐਸਿਡਿਟੀ ਆ, ਜਲਣ ਹੁੰਦੀ ਆ, ਉਹਦੇ ਲਈ ਜਿਹੜੀ ਰਾਤ ਨੂੰ ਹੈਂਗ ਕਰਕੇ ਸਵੇਰੇ ਖਾਂਦੇ ਹੋ, ਜਿਹੜੀ ਊਸ ਪੈਂਦੀ ਆ ਉਹਦੇ ਉੱਤੇ ਚੰਦਰਮਾ ਦੀ, ਉਹ ਜਿਹੜੀ ਚੀਜ਼ ਆ ਉਹਦੀ ਰੀਸ ਕੋਈ ਨਹੀਂ ਹੈ। ਉਹ 'ਚ ਅੰਮ੍ਰਿਤ ਬਰਸਦਾ, ਉਹ ਕੁਦਰਤ ਕਰਦੀ ਹੈ ਕੰਮ। ਜਿਹੜਾ ਕੁਦਰਤ ਦਾ ਕੰਮ ਹੈ ਉਹਨੇ ਕਦੇ ਨਹੀਂ ਬਦਲਿਆ। ਕਦੇ ਨਿੰਮ ਨੂੰ ਉਹਨੇ ਜਾਮਣਾ ਨਹੀਂ ਲਾਈਆਂ, ਉਹਨੇ ਕਦੇ ਜਾਮਣ ਨੂੰ ਨਮੋਲੀਆਂ ਨਹੀਂ ਲਾਈਆਂ। ਉਹਦਾ ਰੂਲ ਹੈ, ਉਹਨੇ ਆਪਦੇ ਰੂਲ ਨਾਲ ਚੱਲਣਾ। ਜਿਵੇਂ ਹੁਣ ਆਪਾਂ ਕਹਿੰਦੇ ਆ ਵੀ ਇਹ ਫਲਾਣੇ ਦਾ ਮੁੰਡਾ, ਉਹਦੀ ਸ਼ਕਲ ਮਾੜੀ ਮੋਟੀ ਆਪਦੇ ਬਾਪ ਨਾਲ ਮਿਲਦੀ ਆ, ਕੁਛ ਤਾਂ ਕੁਦਰਤ ਕਰਦੀ ਹੈ, ਉਹਨੂੰ ਇਹ ਪਤਾ ਕਿਵੇਂ ਸੈਟਿੰਗ ਕਰਨੀ ਆ। ਤੇ ਕਈ ਵਾਰੀ ਹੁੰਦਾ ਕਿ ਜਿਵੇਂ ਆਪਾਂ ਕਹਿੰਦੇ ਕਿਸੇ ਦੀ ਸ਼ਕਲ ਕਿਸੇ ਨਾਲ ਨਹੀਂ ਮਿਲਦੀ, ਕੀ ਕੀਤਾ ਉਹਨੇ, DNA ਕਿੱਦਾਂ ਸੈੱਟ ਕੀਤਾ। ਇਸੇ ਤਰ੍ਹਾਂ ਜਿਹੜੀ ਮੂਲੀ ਹੈ ਉਹਦੇ ਵਿੱਚ ਰਾਤ ਨੂੰ ਜਿਹੜੀਆਂ ਰੇਜ਼ ਪੈਣੀਆਂ ਨੇ, ਜਿਹੜੀਆਂ ਚੰਦਰਮਾ ਦੀਆਂ ਉਹ ਪੈਣੀਆਂ ਹੈਗੀਆਂ ਕਿਰਨ ਠੰਡੀਆਂ, ਉਹਦਾ ਜਿਹੜਾ ਉਹਦੇ ਵਿੱਚ ਅਸਲੀ ਜਾਦੂ ਪੈਦਾ ਹੁੰਦਾ, ਖੁਰਾਕ ਬਣਦੀ ਆ, ਉਹ ਇੱਕ ਮੈਡੀਸਿਨ ਬਣ ਜਾਂਦੀ ਹੈ ਤੁਹਾਡੇ ਪਿੱਤੇ ਦੀ ਗਰਮੀ ਨੂੰ ਖਤਮ ਕਰਨ। ਔਰ ਇਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈ। ਮੈਂ ਕਹਿੰਦਾ ਕਿੰਨਾ ਹੀ ਕੋਈ ਕਹਦੇ ਮੈਂ ਐਸਿਡਿਟੀ ਲਈ ਆਹ ਦੇ ਦੂੰਗਾ, ਉਹ ਦੇ ਦੂੰਗਾ, ਮੈਂ ਵੀ ਦਿੰਦਾ, ਬਹੁਤ ਕੁਝ ਦੇਣਾ ਪੈਂਦਾ, ਕਿਉਂਕਿ ਸਾਰੇ ਲੋਕ ਜਦੋਂ ਉਹ ਨਹੀਂ ਕਰ ਪਾਉਂਦੇ ਫਿਰ ਸਾਨੂੰ ਕੰਮ ਕਰਨੇ ਪੈਂਦੇ ਆ ਉਹ। ਪਰ ਅਸੀਂ ਜਿਹੜੇ ਕੰਮ ਕਰਦੇ ਆ ਉਹ ਉਨੇ ਕਾਮਯਾਬ ਨਹੀਂ ਹੋ ਸਕਦੇ ਜਿੰਨਾ ਮੈਂ ਤੁਹਾਨੂੰ ਦੱਸ ਰਿਹਾ। ਮੂਲੀ ਨੂੰ ਹੈਂਗ ਕਰਕੇ ਰਾਤ ਨੂੰ ਨਮਕ ਲਾ ਕੇ ਹੈਂਗ ਕਰ ਦਿਓ, ਸਵੇਰੇ ਕੁਝ ਨਹੀਂ ਲਾਉਣਾ, ਇਕੱਲਾ ਧੋ ਕੇ ਖਾਣੀ ਹੈ ਜੀ। ਤੁਸੀਂ ਦੇਖੋਗੇ ਚੰਦ ਦਿਨਾਂ 'ਚ ਜਿਹੜੀ ਇੱਥੇ ਇੰਨੀ ਜਲਣ ਹੁੰਦੀ ਸੀ, ਜਾਨ ਨਿਕਲਦੀ ਰਹਿੰਦੀ ਆ, ਬਿਲਕੁਲ ਸੈੱਟ। ਸ਼ੂਗਰ ਕੰਟਰੋਲ, ਯੂਰਿਕ ਐਸਿਡ ਕੰਟਰੋਲ, ਮਤਲਬ ਜਦੋਂ ਤੁਹਾਡਾ ਪੇਟ ਠੀਕ ਆ, ਤੁਹਾਡੀਆਂ ਬਹੁਤ ਸਾਰੀਆਂ ਚੀਜ਼ਾਂ ਠੀਕ ਹੈ। ਤੇ ਜਿਵੇਂ ਤੁਸੀਂ ਗਾਜਰ ਦੇ ਜੂਸ ਦੀ ਵੀ ਗੱਲ ਕੀਤੀ ਕਿ ਜੂਸ ਜ਼ਿਆਦਾ ਹੈਵੀ ਹੋ ਜਾਂਦਾ। ਅੱਛਾ, ਆਮ ਤੌਰ ਦੇ ਉੱਤੇ ਇਹ ਚੀਜ਼ ਸੁਣੀ ਹੈ ਕਿ ਨਮਕ ਨੂੰ ਅਵੋਇਡ ਕਰਨ ਦੇ ਲਈ ਕਿਹਾ ਜਾਂਦਾ ਕਿ ਨਮਕ ਨਹੀਂ ਪਾਉਣਾ ਚਾਹੀਦਾ, ਹੈ ਨਾ, ਤਾਂ ਉਹਦੇ ਨਾਲ ਕੀ ਨੁਕਸਾਨ ਹੋ ਜਾਂਦਾ ਹੈ ਜਾਂ ਨਮਕ ਦੇ ਨਾਲ ਕੀ ਫਰਕ ਆ ਜਾਂਦਾ ਉਹਦੇ ਵਿੱਚ? ਨਮਕ ਜਿਹੜਾ ਹੈਗਾ ਨਾ ਜੀ, ਉਹ ਮੂਲੀ ਦੇ ਜਿਵੇਂ ਆਪਾਂ ਆਮ ਕੱਟ ਕੇ ਸਲਾਦ ਦੇ ਵਿੱਚ ਲੈਂਦੇ ਆ,
ਮੂਲੀ ਜਾਂ ਫਿਰ ਗਾਜਰ ਦੇ ਜੂਸ 'ਚ ਵੀ ਨਮਕ, ਗਾਜਰ 'ਚ ਵੀ ਪਾ ਲੈਂਦੇ ਆ। ਉਹ ਨਾ ਐਕਚੁਅਲੀ ਉਹਦੇ ਅਸਲੀ ਤੱਤ ਖਤਮ ਹੋ ਜਾਂਦੇ ਆ। ਉਹ ਫਿਰ ਉਹੀ ਚੀਜ਼ ਹੁੰਦੀ ਹੈ, ਪਾਣੀ ਤੇਰਾ ਰੰਗ ਕੈਸਾ। ਹਰ ਚੀਜ਼ ਦਾ ਇੱਕ ਆਪਣਾ ਅਸਰ ਹੈ। ਹੁਣ ਜਿਵੇਂ ਗਾਜਰ ਹੈ, ਉਹਦਾ ਇੱਕ ਆਪਣਾ ਟੇਸਟ ਹੈ। ਜੇ ਉਹਨੂੰ ਨਮਕੀਨ ਬਣਾਉਣਾ ਹੁੰਦਾ, ਉਹ 'ਚ ਨਿੰਬੂ ਪਾਉਣਾ ਹੁੰਦਾ, ਰੱਬ ਹੀ ਪਾ ਦਿੰਦਾ ਜੀ। ਰੱਬ ਉਹਨੂੰ ਖੱਟੀ ਮਿੱਠੀ ਬਣਾ ਦਿੰਦਾ, ਨਮਕੀਨ ਬਣਾ ਦਿੰਦਾ। ਰੱਬ ਨੇ ਗਾਜਰ ਨੂੰ ਗਾਜਰ ਦੇ ਟੇਸਟ 'ਚ ਦਿੱਤਾ, ਉਹਨੂੰ ਉਵੇਂ ਹੀ ਖਾਣਾ ਚਾਹੀਦਾ। ਮੂਲੀ ਦੇ ਟੇਸਟ, ਹਾਂ ਠੀਕ ਹੈ। ਹੁਣ ਸਾਨੂੰ ਥੋੜ੍ਹੇ ਜਿਹੇ ਅਸੀਂ ਸੂਝਵਾਨ ਹੋ ਗਏ ਹਾਂ, ਸਾਨੂੰ ਆਦਤ ਪੈ ਗਈ ਕਿ ਉਹਨੂੰ ਸਲਾਦ ਬਣਾ ਲਓ, ਫਿਰ ਉਹ 'ਚ ਨਿੰਬੂ ਪਾ ਲਓ, ਨਮਕ ਪਾ ਲਓ, ਫਿਰ ਉਹਨੂੰ ਖਾ ਲਓ। ਕਈ ਲੋਕ ਕਾਲਾ ਨਮਕ ਪਾਉਂਦੇ ਆ, ਕਈ ਚਿੱਟਾ ਪਾਉਂਦੇ ਆ, ਕੋਈ ਸਿੰਧਾ ਨਮਕ ਪਾਉਂਦਾ। ਬੁੱਧੀ ਦੇ ਮੁਤਾਬਕ, ਸਮਝ ਦੇ ਮੁਤਾਬਕ ਨਹੀਂ, ਸਮਝ ਨਹੀਂ, ਸੋਚ ਹੈ ਵੀ ਆਹ ਪਾ ਲਓ ਯਾਰ ਸਵਾਦ, ਜਾਂ ਫਿਰ ਆਪਣੇ ਸਵਾਦ ਦੇ ਚੱਕਰ 'ਚ ਚਾਟ ਮਸਾਲਾ ਪਾ ਲੈਂਦੇ ਨੇ ਕਈ। ਮਤਲਬ ਉਹ ਚੀਜ਼ਾਂ ਠੀਕ ਹੈ, ਜੀਭ ਦੇ ਸਵਾਦ ਲਈ ਖਾਓ, ਲੇਕਿਨ ਜਿਵੇਂ ਮੈਂ ਦੱਸਿਆ ਰਾਤ ਨੂੰ ਟੰਗ ਕੇ ਸਵੇਰੇ ਖਾਓ ਨਾ, ਕਮਾਲ ਤਾਂ ਇੱਕ ਮੈਡੀਸਿਨ ਦੇ ਤੌਰ ਦੇ ਉੱਤੇ ਜੋ ਤਰੀਕਾ ਤੁਸੀਂ ਦੱਸਿਆ ਉਹ ਹੈ। ਤੇ ਉਹ ਅਗਰ ਦਰਸ਼ਕ ਉਸ ਨੂੰ ਉਸੇ ਤਰੀਕੇ ਨਾਲ, ਜਿਵੇਂ ਅਸੀਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀਗਾ ਕਿ ਨੁਸਖੇ ਤਾਂ ਪਤਾ ਲੱਗ ਜਾਂਦੇ ਆ, ਪਰ ਜਿਹੜਾ ਸਹੀ ਉਹਨਾਂ ਦਾ ਸਿਧਾਂਤ ਹੈਗਾ ਜਾਂ ਤਰੀਕਾ ਹੈਗਾ, ਅਗਰ ਤੁਸੀਂ ਉਹਦੇ ਵਿੱਚ ਬਦਲਾਵ ਕਰ ਦੋਗੇ ਤਾਂ ਫਿਰ ਫਰਕ ਪੈ ਜਾਏਗਾ। ਅੱਛਾ ਗੋਇਲ ਸਾਹਿਬ, ਜਿਵੇਂ ਤੁਸੀਂ ਗੱਭਰੂ ਚੂਰਨ ਦੀ ਗੱਲ ਕੀਤੀ ਹੈ, ਅਸੀਂ ਪੰਚਮ ਹਲਦੀ ਦੀ ਗੱਲ ਕੀਤੀ ਹੈ, ਸੋ ਕਈ ਵਾਰੀ ਕੁਝ ਲੋਕੀ ਇੱਦਾਂ ਆਪਣੇ ਨਾਲ ਵੀ ਦਰਸ਼ਕ ਕਈ ਵਾਰ ਦੱਸਦੇ ਨੇ, ਤੁਹਾਡੇ ਤੋਂ ਮੰਗਵਾ ਲਈ ਤੇ ਉਹਨਾਂ ਨੇ ਜਿਹੜਾ ਖਾਣਾ ਵੀ ਸ਼ੁਰੂ ਕਰਤਾ, ਅਗਰ ਸਹੀ ਤਰੀਕਾ ਨਾਲ ਇਸਤੇਮਾਲ ਕੀਤਾ ਤਾਂ ਉਹਦੇ ਨਾਲ ਵੀ ਫਰਕ ਪਏਗਾ। ਜਾਂ ਫਿਰ ਕਈ ਲੋਕੀ ਇਹ ਵੀ ਗੱਲ ਕਰਦੇ ਆ ਕਿ ਸਾਡੇ ਸਰੀਰ 'ਚ ਕੋਈ ਗਰਮੀ ਰਹਿੰਦੀ ਹੈ ਜਾਂ ਕੁਛ ਹੈ, ਤਾਂ ਇਹ ਚੀਜ਼ਾਂ ਕਿਵੇਂ ਕਲੀਅਰ ਹੋਣਗੀਆਂ ਔਰ ਕਿਸ ਤਰੀਕੇ ਦੇ ਨਾਲ ਉਹ ਜਿਹੜਾ ਇਸ ਨੂੰ ਸੇਫਲੀ ਜਿਹੜਾ ਖਾ ਪੀ ਸਕਦੇ ਨੇ? ਦੇਖੋ, ਇੱਕ ਤਾਂ ਆਯੁਰਵੈਦਿਕ ਦੇ ਵਿੱਚ ਜਿਹੜੀ ਚੀਜ਼ ਸਹੀ ਆ ਉਹ ਸਹੀ ਆ, ਸੇਫ ਹੀ ਆ ਜੀ। ਜਿਵੇਂ ਹੁਣ ਮੰਨ ਲਓ ਹਲਦੀ ਦੇ ਵਿੱਚ ਹੈ, ਕਾਲੀ ਹਲਦੀ ਹੈ, ਅੰਬਾ ਹਲਦੀ ਹੈ, ਦਾਰੂ ਹਲਦੀ ਹੈ, ਪੀਲੀ ਹਲਦੀ ਹੈ ਔਰ ਜੰਗਲੀ ਹਲਦੀ ਹੈ। ਨੋਰਮਲ ਚੀਜ਼ਾਂ ਨੇ, ਘਰੇ ਬਣਾਓ, ਘਰੇ ਖਾਓ, ਮੇਰੇ ਤੋਂ ਮੰਗਾ ਲਓ ਤਾਂ ਖਾਓ, ਕੋਈ ਦਿੱਕਤ ਨਹੀਂ। ਇੰਡੀਆ 'ਚ ਆਉਂਦੇ ਜਾਂਦੇ ਲੈ ਲਿਆ ਕਰੋ। ਮਤਲਬ ਆਪਣੇ ਕੋਲੇ ਰੋਜ਼ ਦੀ 400-500 ਸ਼ੀਸ਼ੀ ਆ ਇਕੱਲੀ ਪੰਚਮ ਹਲਦੀ ਹੈ, ਜਿਹੜੀ 400-500 ਸ਼ੀਸ਼ੀ ਦੀ ਪੈਕਿੰਗ ਚਲੀ ਜਾਂਦੀ ਹੈ ਰੋਜ਼, ਪੰਜਾਬ 'ਚ, ਹਰਿਆਣੇ 'ਚ, ਹਿਮਾਚਲ 'ਚ, ਫੋਰਨ 'ਚ ਵੀ। ਤੇ ਇਹ ਇਕੱਲੀ ਹਲਦੀ ਉਹ ਬਹੁਤ ਹੈ। ਮਤਲਬ ਮੈਂ ਤਾਂ ਕਹਿੰਦਾ ਵੀ ਇਹ ਇਕੱਲੀ ਉਹ ਹਲਦੀ ਅਗਰ ਲੋਕ ਲੈਣ ਲੱਗ ਜਾਣ, ਖਾਣ ਲੱਗ ਜਾਣ, ਤਾਂ ਉਹਨਾਂ ਦੀਆਂ ਅੱਧੀਆਂ ਬਿਮਾਰੀਆਂ ਤਾਂ ਤਾਸੀਰ ਦਾ ਕੋਈ ਚੱਕਰ ਨਹੀਂ ਹੈ, ਗਰਮ ਜਾਂ ਸਰਦ ਸਰੀਰ ਦੀ ਇਹਦੇ 'ਚ ਹੈ ਹੀ ਨਹੀਂ ਕੋਈ। ਇਹ ਆਪਣੇ ਆਪ 'ਚ ਕੰਟਰੋਲ ਕਰਨ ਵਾਲੀ ਚੀਜ਼ ਆ। ਹਾਂ, ਜਿਨ੍ਹਾਂ ਦੀ ਤਾਸੀਰ ਬਹੁਤ ਜ਼ਿਆਦਾ ਗਰਮ ਹੈ ਉਹਨਾਂ ਨੂੰ ਅਸੀਂ ਕਹਿੰਦੇ ਪਾਣੀ 'ਚ ਉਬਾਲ ਕੇ ਲੈ ਲਓ। ਜਿਹੜੇ ਨਾਰਮਲ ਆ ਉਹਨੂੰ ਕਹਿੰਦੇ ਅਸੀਂ ਦੁੱਧ 'ਚ ਉਬਾਲ ਕੇ ਲੈ ਲਓ। ਜਾਂ ਜਿਨ੍ਹਾਂ ਦੇ ਗੋਡਿਆਂ 'ਚ ਗਰੀਸ ਖਤਮ ਹੋ ਗਈ ਉਹਨੂੰ ਅਸੀਂ ਕਹਿੰਦੇ ਕਾਲਾ ਗੂੰਦ ਕੈਪਸੂਲ ਲੈ ਲਓ, ਪੰਚਮ ਗੂੰਦ ਕੈਪਸੂਲ ਲੈ ਲਓ, ਨਾਲੇ ਹਲਦੀ ਲੈ ਲਓ ਪੰਚਮ। ਤੁਹਾਡੀ ਬਰਾਬਰ ਜਿਹੜੀ, ਜੇ ਡਾਕਟਰ ਨੇ ਕਿਹਾ ਆਪਰੇਸ਼ਨ ਹੋਊਗਾ ਅੱਜ ਹੀ, ਉਹਦੇ ਤੋਂ ਵੀ ਜੇ ਨਾ ਛੁਟਕਾਰਾ ਹੋਇਆ ਤਾਂ ਕਹੀਓ। ਕਿਉਂਕਿ ਜਦੋਂ ਗੋਡੇ ਦੇ ਵਿੱਚ ਗ੍ਰਿਪ ਬਣਦੀ ਆ, ਹੁਣ ਜਿਵੇਂ ਕਾਲਾ ਗੂੰਦ ਹੈ, ਉਹ ਸਾਈਨੋਵਲ ਫਲੂਇਡ ਤੇ ਕੰਮ, ਫਲੂਇਡ ਬਣਨਾ ਸ਼ੁਰੂ ਹੋ ਗਿਆ, ਫਲੂਇਡ ਮੀਨਸ ਗਰੀਸ ਬਣਨਾ ਸ਼ੁਰੂ ਹੋ ਗਿਆ, ਤਾਂ ਉਹ ਜਦੋਂ ਗੋਡੇ 'ਚ ਲੁਬਰੀਕੇਸ਼ਨ ਹੋ ਗਈ, ਚਿਕਨਾਹਟ ਹੋ ਗਈ, ਲਿਗਾਮੈਂਟ ਟਾਈਟ ਹੋ ਗਏ, ਤਾਂ ਬੰਦਾ ਕਿੱਕ ਮਾਰ ਜਾਂਦਾ। ਉਹ ਕਹਿੰਦਾ ਵੀ ਮੈਨੂੰ ਆਪਰੇਸ਼ਨ ਦੀ ਜ਼ਰੂਰਤ ਨਹੀਂ ਹੈਗੀ। ਤਾਂ ਇਹ ਇੱਕ ਆਪਣੇ ਆਪ 'ਚ ਇਹਨਾਂ ਚੀਜ਼ਾਂ ਦੀ ਖੂਬੀ ਹੈ। ਔਰ ਜਿਹੜਾ ਕਾਲਾ ਗੂੰਦ ਕੈਪਸੂਲ ਹੈ, ਮੈਂ ਤੁਹਾਨੂੰ ਦਿਖਾਉਂਦਾ, ਇਹ ਵਾਲੀ ਪੈਕਿੰਗ ਹੈ। ਹਾਂਜੀ, ਇਹ ਜਿਹੜਾ ਕੈਪਸੂਲ ਹੈ ਨਾ ਕਾਲਾ ਗੂੰਦ, ਇਹ ਸਪੈਸ਼ਲੀ ਇਹਦੇ ਲਈ ਲਾਂਚ ਹੋਇਆ ਕਿ ਤੁਹਾਡੇ ਗੋਡਿਆਂ ਦੀ ਜਿਹੜੀ ਗਰੀਸ ਖਤਮ ਹੋ ਗਈ। ਇਹ ਆਪਣੇ ਆਪ 'ਚ ਇੱਕ ਵੱਡੀ ਗੱਲ ਹੈ ਜੀ, ਕਿ ਅੱਜ ਤੋਂ ਮੈਂ ਤਕਰੀਬਨ ਸਾਲ ਕੁ ਪਹਿਲਾਂ ਲੋਕਾਂ ਨੂੰ ਦੇਣਾ ਸ਼ੁਰੂ ਕੀਤਾ, ਹੁਣ ਜਾ ਕੇ ਇਹਦੇ ਰਿਜ਼ਲਟ ਆਉਣ ਲੱਗ ਗਏ। ਕਿਉਂਕਿ ਮੈਂ ਕਹਿੰਦਾ ਘੱਟੋ ਘੱਟ 1 ਸਾਲ ਇਹਨੂੰ ਖਾਓ ਔਰ ਰਿਜ਼ਲਟ ਇਹਦਾ ਪਹਿਲੇ ਦੂਜੇ ਮਹੀਨੇ ਆ ਜਾਂਦਾ। 1 ਸਾਲ ਤੋਂ ਬਾਅਦ ਤਾਂ ਫਿਰ ਬੰਦਾ ਥੈਂਕ ਯੂ ਕਹਿੰਦਾ, ਉਹ ਇੱਕ ਆਪਣੇ ਆਪ 'ਚ ਰਿਜ਼ਲਟ ਹੁੰਦਾ ਜੀ। ਅੱਛਾ ਗੋਇਲ ਸਾਹਿਬ, ਜਿਵੇਂ ਕਿ ਅਸੀਂ ਸਰਦੀ ਦੀ ਗੱਲ ਕਰ ਰਹੇ ਸੀ, ਸ਼ੁਰੂਆਤੀ ਅਸੀਂ ਗੱਲ ਕੀਤੀ ਸੀਗੀ ਕਿ ਸੀਜ਼ਨ ਦੇ ਨਾਲ ਜਿਹੜੀਆਂ ਬੜੀਆਂ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ, ਦਰਦਾਂ ਦੀ ਬੜੀ ਜਿਹੜੀ ਪ੍ਰੋਬਲਮ ਹੈ ਆਮ ਤੌਰ ਦੇ ਉੱਤੇ ਸਰਦੀਆਂ 'ਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਕਈ ਵਾਰੀ ਇਦਾਂ ਵੀ ਹੁੰਦਾ ਜਿਵੇਂ ਕਦੀ ਕਿਸੇ ਦਾ ਛੋਟਾ ਮੋਟਾ ਐਕਸੀਡੈਂਟ ਹੋਇਆ ਹੋਵੇ, ਉਦੋਂ ਨਹੀਂ ਪਤਾ ਚੱਲਿਆ, ਅਸੀਂ ਕਹਿੰਦੇ ਕਿ ਤੱਤੇ ਘਾਓ ਨਹੀਂ ਪਤਾ ਚੱਲਦਾ। ਤੇ ਇੱਕ ਉਮਰ ਵੀ ਹੁੰਦੀ ਆ, ਉਹਦੇ ਵਿੱਚ ਵੀ ਅਹਿਸਾਸ ਨਹੀਂ ਹੁੰਦਾ ਦਰਦਾਂ ਦਾ। ਪਰ ਜਿਵੇਂ ਜਿਵੇਂ ਉਮਰ ਵੱਧਦੀ ਹੈ ਤਾਂ ਲੋਕੀ ਫਿਰ ਯਾਦ ਕਰਦੇ ਕਿ ਤਾਂ ਜੀ ਪੁਰਾਣੀਆਂ ਦਰਦਾਂ ਨੇ, ਪਹਿਲਾਂ ਕਦੀ ਕੋਈ ਸੱਟ ਫੇਟ ਲੱਗੀ ਸੀਗੀ ਤੇ ਉਦੋਂ ਦਰਦ ਨਹੀਂ ਹੋਇਆ ਤੇ ਹੁਣ ਦਰਦ ਹੋਣ ਲੱਗ ਗਿਆ। ਤਾਂ ਇਦਾਂ ਦੀ ਅਗਰ ਕਿਸੇ ਨੂੰ ਦਰਦ ਮਹਿਸੂਸ ਹੁੰਦੀ ਹੈ ਤਾਂ ਉਹਦੇ ਲਈ ਕੀ ਤੁਹਾਡੇ ਵੱਲੋਂ ਸੁਜੈਸਟਡ ਹੋਏਗਾ ਇਲਾਜ? ਦੇਖੋ, ਉਹ ਜਿਹੜੇ ਲੋਕ ਇਦਾਂ ਦਰਦ ਤੋਂ ਪਰੇਸ਼ਾਨ ਨੇ, ਨੰਬਰ 1 ਤਾਂ ਅਜਵਾਇਣ ਦਾ ਪਾਊਡਰ ਖਾਣਾ ਚਾਹੀਦਾ, ਘਰੇ ਬਣਾ ਲੈਣ। ਅਜਵਾਇਣ, ਜੀਰਾ ਤੇ ਸੌਂਫ ਜੀ, ਇਹ ਪਾਊਡਰ ਬਣਾ ਕੇ ਰੱਖੋ। ਇਹਦੇ ਨਾਲ ਤੁਹਾਨੂੰ ਜਿਹੜਾ ਹੈਗਾ ਬਾਡੀ ਦੇ ਵਿੱਚ ਬਲੱਡ ਸਰਕੂਲੇਸ਼ਨ ਠੀਕ ਹੁੰਦਾ। ਜਿਵੇਂ ਹੁਣ ਮੰਨ ਲਓ ਤੁਸੀਂ ਕਿਹਾ ਗੁੱਝੀ ਸੱਟ ਲੱਗ ਗਈ, ਸਾਲ ਬਾਅਦ ਜਾਗ ਪਈ, 2 ਸਾਲ ਬਾਅਦ ਜਾਗ ਪਈ, ਤਾਂ ਉਹ ਕੀ ਹੁੰਦਾ ਹੈ ਕਿ ਜਦੋਂ ਬਲੱਡ ਸਰਕੂਲੇਸ਼ਨ ਆਉਂਦਾ ਹੈ, ਉੱਥੇ ਪ੍ਰੈਸ ਹੋਈ ਵੀ ਨਰਵ ਹੈ, ਤੇ ਨਰਵ ਜਦੋਂ ਪ੍ਰੈਸ ਹੋਈ ਵੀ ਹੈ, ਬਲੱਡ ਨੇ ਨਿਕਲਣਾ, ਉਹਨੂੰ ਰਾਹ ਨਹੀਂ ਮਿਲਦਾ, ਫਿਰ ਉਹ ਪੇਨ ਹੀ ਕਰੂਗਾ, ਉੱਤੇ ਟੱਕਰਾਂ ਹੀ ਮਾਰੂਗਾ, ਉਹ ਪੇਨ ਹੁੰਦਾ। ਕਈ ਕਹਿਣਗੇ ਸੂਈ ਚੁੱਭਦੀ ਹੈ, ਇੱਕਦਮ ਐ ਹੋ ਗਿਆ ਜਿਵੇਂ ਮੇਰੇ ਜਾਨ ਨਿਕਲ ਗਈ, ਮੇਰੇ ਸੂਈ ਚੁੱਭ ਗਈ। ਉਹ ਜਿਹੜੀ ਚੀਜ਼ ਆ ਉਹੀ ਹੈ ਕਿ ਬਲੱਡ ਪ੍ਰੈਸ਼ਰ ਕਰਦਾ, ਨਹੀਂ ਨਿਕਲ ਪਾਉਂਦਾ। ਤਾਂ ਉਹਨਾਂ ਲੋਕਾਂ ਵਾਸਤੇ ਸਭ ਤੋਂ ਵਧੀਆ ਇੱਕ ਤਾਂ ਹਨੀ, ਸ਼ਹਿਦ ਲੈਣਾ ਚਾਹੀਦਾ ਦੁੱਧ 'ਚ ਪਾ ਕੇ। ਔਰ ਜਿਹੜੇ ਲੋਕੀ ਸ਼ਹਿਦ ਦੇ ਵਿੱਚ ਨਿੰਬੂ ਪਾ ਲੈਂਦੇ ਨੇ, ਉਹ ਗਲਤ ਹੈ।
ਆਯੁਰਵੇਦ ਨਹੀਂ ਉਹ ਸਲਾਹ ਦਿੰਦਾ। ਬਾਕੀ ਆਪਸ 'ਚ ਆਪਾਂ ਸਲਾਹਾਂ ਕਰਕੇ ਬਹੁਤ ਕੁਝ ਕਰਦੇ ਆ ਵੀ ਵਜਨ ਘਟ ਜੂਗਾ, ਨਿੰਬੂ ਪਾਣੀ ਪੀ ਲਓ, ਉਹਦੇ ਵਿੱਚ ਸ਼ਹਿਦ ਪਾ ਲਓ। ਇਹ ਕੰਮ ਨਹੀਂ ਕਰਨਾ। ਕਰਦੇ ਹੋ ਤਾਂ ਕਰੀ ਜਾਓ। ਜੋੜਾਂ 'ਚ ਦਰਦ ਤੁਹਾਨੂੰ ਮਹਿਸੂਸ ਹੁੰਦਾ ਹੋਊਗਾ, ਯੂਰਿਕ ਐਸਿਡ ਵਧੂਗਾ ਉਹਦੇ ਨਾਲ। ਇਸ ਕਰਕੇ ਮੈਂ ਤੇ ਉਹੀ ਗੱਲ ਕਹੂੰਗਾ ਜਿਹੜੀ ਮੇਰੀ ਦੇਖੀ ਹੋਈ ਹੈ ਲੋਕਾਂ ਦੇ ਨਾਲ, ਕਿਉਂਕਿ ਅੱਜ ਤੱਕ ਮੇਰਾ ਖਿਆਲ ਹੈ ਵੀ 1992 ਤੋਂ ਲੈ ਕੇ ਹੁਣ ਤੱਕ ਕਈ ਲੱਖ ਜਿਹੜਾ ਪੇਸ਼ੈਂਟ ਆ ਉਹ ਆਪਣੀ ਸੰਸਥਾ ਦੇ ਵਿੱਚੋਂ ਸਰਕੂਲੇਟ ਹੋ ਚੁੱਕਿਆ। ਔਰ ਕਈਆਂ ਦੇ ਨੈਗੇਟਿਵ ਆਏ, ਕਈਆਂ ਦੇ ਪੋਜੀਟਿਵ ਆਏ, ਕਈ ਠੀਕ ਹੋਏ, ਕਈ ਨਹੀਂ ਹੋਏ, ਕਈ ਸਾਨੂੰ ਬੋਲ ਕੇ ਗਏ, ਕਈਆਂ ਨੇ ਸਾਡੇ ਮਾਲਾ ਪਾਈ, ਕਈਆਂ ਨੇ ਪਿਆਰ ਦਿੱਤਾ, ਕਈਆਂ ਨੇ ਦੁਤਕਾਰ ਦਿੱਤਾ। ਇਹ ਸਾਰਾ ਕੁਝ ਸੰਸਾਰ ਦੇ ਵਿੱਚ ਚੱਲਦਾ। ਪਰ ਜਿਨ੍ਹਾਂ ਨੇ ਆਯੁਰਵੈਦਿਕ ਦੇ ਵੈਦ ਦੀ ਗੱਲ ਮੰਨ ਲਈ, ਦਵਾਈ ਢੰਗ ਨਾਲ ਖਾ ਲਈ, ਉਹਨਾਂ ਦਾ ਆਸ਼ੀਰਵਾਦ ਸਾਨੂੰ ਮਿਲਿਆ ਹੀ ਮਿਲਿਆ। ਕਿਉਂਕਿ ਜਿਹੜੇ ਬਜ਼ੁਰਗਾਂ ਦੇ ਗੋਡੇ ਦੁਖਦੇ ਸੀਗੇ, ਜਿਨ੍ਹਾਂ ਨੂੰ ਇਹ ਕਿਹਾ ਗਿਆ ਸੀ ਆਪਰੇਸ਼ਨ ਕਰਨਾ ਪਊ, ਉਹ ਅੰਦਰੋਂ ਅੰਦਰ ਕੰਬ ਗਏ ਹੋ ਵੀ ਹੁਣ ਆਪਰੇਸ਼ਨ ਕਿਹੜਾ ਕਰੂ ਇਸ ਉਮਰ ਦੇ ਵਿੱਚ। ਜਦੋਂ ਉਹਨਾਂ ਨੂੰ ਸਾਡੇ ਵੈਦ ਉਹਨਾਂ ਨੇ ਦਵਾਈਆਂ ਦਿੱਤੀਆਂ ਤੇ ਪੰਚਮ ਹਲਦੀ ਦਿੱਤੀ, ਕਾਲਾ ਗੂੰਦ ਕੈਪਸੂਲ ਦਿੱਤੇ, ਪੰਚਮ ਗੂੰਦ ਕੈਪਸੂਲ ਦਿੱਤੇ, ਕਿਉਂਕਿ ਉਹਦੇ ਵਿੱਚ ਮੋਰਿੰਗਾ, ਉਹਦੇ ਵਿੱਚ ਚਲਗੋਜ਼ਾ ਹੈ, ਉਹਦੇ ਵਿੱਚ ਨਿੰਮ ਦੀ ਗੂੰਦ ਹੈ, ਉਹਦੇ ਵਿੱਚ ਕਈ ਚੀਜ਼ਾਂ ਇਹੋ ਜਿਹੀਆਂ ਪਾਈ ਜਿਹਦੇ ਨਾਲ ਮਤਲਬ ਲੁਬਰੀਕੇਸ਼ਨ ਬਣਦਾ ਸੀਗਾ। ਔਰ ਗੁੱਡ ਪੇਸ਼ੈਂਟ ਬੜੇ ਖੁਸ਼ ਨੇ। ਔਰ ਲੇਕਿਨ ਇਹ 'ਚ ਪਰਹੇਜ਼ ਜ਼ਰੂਰੀ ਨੇ। ਜਿਵੇਂ ਮਾਂ ਦੀ ਦਾਲ ਹੈ, ਰਾਜਮਾ ਹੈ, ਆਲੂ, ਚਾਵਲ, ਅਰਬੀ, ਭਿੰਡੀ, ਚਿੱਟੇ ਛੋਲੇ, 7-8 ਚੀਜ਼ਾਂ ਨੇ ਜਿਹੜੀਆਂ ਮੇਨ ਬੰਦ ਕਰਨੀਆਂ ਨੇ। ਬਾਕੀ ਮੈਂ ਕਹਿੰਦਾ ਉਹਨਾਂ ਜੰਕ ਫੂਡ ਵਗੈਰਾ ਬੰਦ ਹੀ ਕਰ ਦਿਓ, ਕੋਲਡ ਡਰਿੰਕ ਬੰਦ ਕਰ ਦਿਓ। ਜਿੰਨੀ ਦੇਰ ਇੰਜੋਏ ਕਰਨਾ ਸੀ ਕਰ ਲਿਆ, ਜਦੋਂ ਕੋਈ ਬਿਮਾਰੀ ਆ ਗਈ ਤਾਂ ਫਿਰ ਉਹ ਚੀਜ਼ਾਂ ਨੂੰ ਅਵੋਇਡ ਕਰਨਾ ਜੀ। ਤੁਸੀਂ ਇਹ ਮੈਡੀਸਿਨ ਆਈ ਥਿੰਕ ਦਿਖਾਉਣ ਲੱਗੇ ਸੀਗੇ ਜੀ। ਇਹ X+ ਕੈਪਸੂਲ ਹੈ। ਓਕੇ, ਇਹ ਆਪਣੇ ਵੈਦਵਾਨ ਕੰਪਨੀ ਦੀ ਸ਼ਾਨ ਹੈ। ਇੱਕ ਇਹ ਸਾਡਾ X+ ਕੈਪਸੂਲ, ਇਹ ਐ ਕਹਿੰਦੇ ਹੁੰਦੇ ਨੇ ਜਿਵੇਂ ਇੱਕ ਘਰ ਦੇ ਵਿੱਚ ਕਹਿੰਦੇ ਨੇ ਵੀ ਇਹ ਸਾਡਾ ਜਿਹੜਾ ਕਮਾਊ ਪੁੱਤ ਹੈ, ਇਹ ਸਾਡਾ ਤਕੜਾ ਪੁੱਤ ਹੈ, ਇਹ ਕੰਮ। ਇਹ ਜਿਹੜਾ X+ ਹੈ ਨਾ ਜੀ, ਇਹਨੇ ਮਤਲਬ ਕਿ ਸਾਡੇ ਜਿੰਨੇ ਵੀ ਮੇਲ ਪਰਸਨ, ਜਿਨ੍ਹਾਂ ਨੂੰ ਅਸੀਂ ਕਹਿ ਦਈਏ ਕਿ ਨਪੁੰਸਕਤਾ ਕਹਿ ਲਓ, ਸਰੀਰਕ ਕਮਜ਼ੋਰੀ ਕਹਿ ਲਓ, ਥਕਾਵਟ ਕਹਿ ਲਓ, ਹਰ ਤਰ੍ਹਾਂ ਦੀ ਜਿਹੜੀ ਕਮਜ਼ੋਰੀ ਸੀ ਉਹਦੇ 'ਚ ਇਹਨੇ ਕੰਮ ਕਰਿਆ। ਈਵਨ ਟੂ ਇਹਨੇ ਮੈਮਰੀ ਸ਼ਾਰਪ ਕਰਨ ਦੇ ਵਿੱਚ ਵੀ ਕੰਮ ਕਰਿਆ। ਇਸ ਕਰਕੇ ਇਹ X+ ਜਿਹੜਾ ਹੈਗਾ ਟਾਈਮ ਇਨਕਰੀਜ਼ ਕਰਨ ਵਾਸਤੇ, ਜਿਹੜੇ ਬਹੁਤ ਜ਼ਿਆਦਾ ਵਿਚਾਰੇ ਉਹ ਹੋ ਜਾਂਦੇ ਨੇ ਵੀ ਸਭ ਕੁਝ ਹੈਗਾ ਪਰਮਾਤਮਾ ਦਾ ਦਿੱਤਾ। ਕਈ ਫੋਨ ਕਰਨਗੇ ਕਹਿੰਦੇ ਗੋਇਲ ਸਾਹਿਬ ਰੱਬ ਨੇ ਐਸੀ ਕੋਈ ਚੀਜ਼ ਨਹੀਂ ਦੁਨੀਆ 'ਚ ਜਿਹੜੀ ਮੇਰੇ ਤੋਂ ਛੁਪਾਈ ਹੋਵੇ, ਇਹ ਪਤਾ ਨਹੀਂ ਕੀ ਹੋ ਗਿਆ, ਮੈਨੂੰ ਚੰਗਾ ਭਲਾ ਸੀ ਸਾਰਾ ਕੁਝ, ਜਦੋਂ ਦੀ ਮੇਰੀ ਉਮਰ 40-45 ਦੀ ਹੋਈ ਆ ਪਤਾ ਨਹੀਂ ਕੀ ਹੋ ਗਿਆ। ਮਤਲਬ ਉਹਨਾਂ ਲਈ ਇਹ ਰਾਮਬਾਣ ਸਿੱਧ ਹੋਇਆ ਜੀ X+ ਗੋਲਡ ਕੈਪਸੂਲ। ਪੰਜਾਬ 'ਚ ਰਹਿੰਦੇ ਹਰ ਬੰਦੇ ਨੂੰ ਪਤਾ। ਔਰ ਜਿਹੜਾ ਵਰਦਾਨ ਆਯੁਰਵੈਦਿਕ ਨਾਲ ਡੀਲ ਕਰ ਰਿਹਾ ਸਭ ਨੂੰ ਮੈਂ ਦਿੱਤਾ। ਔਰ ਜਿਹੜੇ ਲੋਕ ਨਸ਼ੇ ਕਰਦੇ ਆ, ਨਸ਼ਾ ਛੱਡਣ ਆਉਂਦੇ ਆ, ਉਹ ਇਹੀ ਗੱਲ ਕਹਿੰਦੇ ਵੀ ਗੋਇਲ ਸਾਹਿਬ ਨਸ਼ਾ ਤਾਂ ਛੱਡ ਦਿਆਂਗੇ ਪਰ ਸਾਨੂੰ ਨਾ ਸੈਕਸ ਕਮਜ਼ੋਰੀ ਆ ਜਾਂਦੀ ਆ। ਉਹਨਾਂ ਨੂੰ ਅਸੀਂ ਨਾਲ X+ ਦਾ ਇੱਕ ਕੈਪਸੂਲ ਡੇਲੀ ਖਾਣ ਦੀ ਸਲਾਹ ਦਿੰਦੇ ਆ। ਔਰ ਉਹ ਆ ਕੇ ਇਹ ਕਹਿੰਦੇ ਨੇ ਵੀ ਗੋਇਲ ਸਾਹਿਬ ਹੁਣ ਮਜ਼ਾ ਆ ਗਿਆ, ਅਸੀਂ ਨਸ਼ਾ ਵੀ ਛੱਡ ਲਾਂਗੇ, ਸਾਡੀ ਸਿਹਤ ਵੀ ਠੀਕ ਹੋ ਰਹੀ ਹੈ। ਬਸ ਇਹੀ ਆਸ਼ੀਰਵਾਦ ਲੈਣ ਲਈ ਆਪਾਂ ਬੈਠੇ ਹਾਂ ਔਰ ਇਹ ਮਿਲਦਾ ਜੀ ਲੋਕਾਂ ਨੂੰ। ਅੱਛਾ, ਅਸੀਂ ਗੱਲ ਕਰਦੇ ਹਾਂ ਆਮ ਤੌਰ ਦੇ ਉੱਤੇ ਇਹ ਗੱਲ ਸੁਣੀ ਹੈ ਕਿ ਜਦੋਂ ਤਾਂ ਜਵਾਨੀ ਹੁੰਦੀ ਹੈ ਜਾਂ ਬਚਪਨ ਹੁੰਦਾ ਹੈ ਉਦੋਂ ਤਾਂ ਕਹਿੰਦੇ ਲੋਹਾ ਵੀ ਖਾਧਾ ਹਜਮ ਹੋ ਜਾਂਦਾ ਹੈ ਨਾ, ਪਰ ਇੱਕ ਉਮਰ ਆਉਂਦੀ ਹੈ ਜਦੋਂ ਤੁਸੀਂ ਜਿਹੜੀਆਂ ਤਾਕਤ ਦੀਆਂ ਚੀਜ਼ਾਂ ਵੀ ਨੇ ਉਹ ਵੀ ਜਦੋਂ ਤੁਸੀਂ ਖਾਂਦੇ ਹੋ ਤਾਂ ਕਈ ਵਾਰੀ ਉਹ ਤੁਹਾਨੂੰ ਬਰਦਾਸ਼ਤ ਨਹੀਂ ਕਰਦਾ ਤੁਹਾਡਾ ਸਰੀਰ। ਇਹ ਮਿੱਥ ਕਿੰਨਾ ਕੁ ਸਹੀ ਹੈ? ਤੇ ਦੂਜੀ ਗੱਲ ਹੈਗੀ ਹੈ ਜਿਵੇਂ ਕਿ ਤੁਸੀਂ ਗੱਭਰੂ ਚੂਰਨ ਦੀ ਗੱਲ ਕੀਤੀ ਹੈ, X+ ਦੀ ਗੱਲ ਕੀਤੀ, ਇਹ ਵੀ ਕਿਉਂਕਿ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਤਾਕਤ ਹੁੰਦੀ ਹੈ, ਬਹੁਤ ਐਕਸਟਰੈਕਟ ਜਿਹੜੇ ਨੇ ਇੱਦਾਂ ਦੀ ਚੀਜ਼ਾਂ ਦੇ ਨੇ, ਤਾਂ ਇਹ ਕਿਵੇਂ ਇੱਕ ਬਾਡੀ ਜਿਹੜੀ ਹੈ ਉਸ ਨੂੰ ਡਾਈਜੈਸਟ ਕਰ ਪਾਉਂਦੀ ਹੈ ਤੇ ਕਿੰਨਾ ਕੁ ਈਜ਼ੀ ਹੈਗਾ ਇਹ? ਬਾਡੀ ਆਪਣਾ ਮੈਡੀਕਲ ਸਿਸਟਮ ਦੇ ਹਿਸਾਬ ਨਾਲ, ਆਯੁਰਵੈਦਿਕ ਸਿਸਟਮ ਦੇ ਹਿਸਾਬ ਨਾਲ ਹਰ 5 ਸਾਲ ਦੇ ਵਿੱਚ ਆਪਣਾ ਚੇਂਜ ਕਰਦੀ ਹੈ। ਅੱਛਾ ਜੀ। ਹੋਣਾ ਹੀ ਹੋਣਾ। ਜਿਵੇਂ 5 ਸਾਲ ਦਾ ਬੱਚਾ ਜਦੋਂ 5 ਸਾਲ ਤੱਕ ਹੁੰਦਾ ਉਹ ਬੱਚਾ ਹੁੰਦਾ, 5 ਤੋਂ 10 ਸਾਲ ਤੱਕ ਫਿਰ ਉਹ ਬੱਚਾ ਨਹੀਂ ਰਹਿੰਦਾ, 10 ਸਾਲ ਤੋਂ ਲੈ ਕੇ ਫਿਰ 15 ਸਾਲ ਦੇ ਵਿੱਚ ਉਹ ਕੁਝ ਹੋਰ ਹੀ ਹੋ ਜਾਂਦਾ, 15 ਤੋਂ 20 ਦੇ ਵਿੱਚ ਅੱਗੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਨਾ ਵੀ ਉਹ ਦੁਨੀਆਦਾਰੀ 'ਚ ਪੈ ਗਿਆ, ਨਾ ਇੱਧਰ ਨਾ ਉੱਧਰ। ਮਤਲਬ ਹਰ 5 ਸਾਲ 'ਚ ਬਾਡੀ ਨੇ ਆਪਣਾ ਸਿਸਟਮ ਚੇਂਜ ਕਰਨਾ। ਜਿਵੇਂ ਹੁਣ ਮੰਨ ਲਓ ਇੱਕ 20 ਸਾਲ ਦਾ ਮੁੰਡਾ ਉਹ ਗੱਡੀ ਨੂੰ ਧੱਕਾ ਮਾਰ ਕੇ ਵੀ ਪਰੇ ਕਰ ਦੂਗਾ, ਹੈ ਨਾ, ਤੇ ਜਦੋਂ ਉਹ 60 ਸਾਲ ਦਾ ਹੋ ਜਾਂਦਾ ਫਿਰ ਉਹਨੂੰ ਧੱਕੇ ਨਾਲ ਚੱਕ ਕੇ ਗੱਡੀ 'ਚ ਬਿਠਾਉਣਾ ਪੈਂਦਾ। ਸਰੀਰ ਹੈ, ਚਾਹੇ ਉਹ ਕਿੰਨਾ ਮਰਜ਼ੀ ਕੋਈ ਖੱਬੀ ਖਾਣ, ਮੈਂ ਬੈਠਾ ਅੱਜ ਬੋਲਦਾ ਬੜਕਾ ਮਾਰੀ ਜਾਈਏ, ਜਿਹੜੀ ਅੱਜ ਤੋਂ 5 ਸਾਲ ਨੂੰ ਮੇਰੀ ਗੱਲ ਹੋਊ ਤੁਸੀਂ ਫਰਕ ਦੇਖਿਓ ਮਸਾਂ ਹੀ ਬੋਲੂਗਾ, ਹੈ ਨਾ। ਹੋ ਸਕਦਾ ਉਦੋਂ 5 ਸਾਲ ਬਾਅਦ ਹੋਰ ਵੀ ਥੋੜਾ ਢਿੱਲਾ ਹੋ ਜਾਏ ਸਰੀਰ ਨੂੰ ਤੁਸੀਂ ਕੁਝ ਵੀ ਕਰ ਲਓ, ਇਹਨੇ ਟਾਈਮ ਨਾਲ ਆਪਦਾ ਫਰਕ ਪੈਣਾ। ਲੇਕਿਨ ਜੇ ਤੁਸੀਂ ਇਹਦੀ ਸਰਵਿਸ ਠੀਕ ਕਰ ਲਓ, ਜਿਵੇਂ ਹੁਣ ਮੰਨ ਲਓ ਤੁਸੀਂ ਗੱਡੀ ਲੈ ਲਈ ਜੀ, ਕਾਰ ਲਈ, ਤੁਸੀਂ ਘੰਟਾ ਵੀ ਲਾਇਆ ਉਹਦੇ ਕੋਲੇ ਵੀ ਇਹਨੂੰ ਸਮਝਾ ਯਾਰ ਸਰਵਿਸ ਕਿੰਨੇ ਮਿੰਟ ਤੇ ਹੋਊ, ਕਿੰਨੇ ਕਿਲੋਮੀਟਰ ਤੇ ਹੋਊਗੀ, ਫਿਰ ਕਿਹੜੀ ਕਰਾਉਣੀ ਹੈ, ਤੇਲ ਕਿਹੜਾ ਪਾਉਣਾ, ਇੰਜਨ 'ਚ ਕਿਵੇਂ ਕਰਨਾ, ਸਾਰਾ ਕੁਝ ਕਰਦੇ ਹਾਂ। ਅਸੀਂ ਉੱਥੇ ਗੱਡੀ ਵੀ ਵਰਕਸ਼ਾਪ 'ਚ ਦੇ ਆਉਂਦੇ ਹਾਂ ਜਾ ਕੇ ਟਾਈਮ ਤੇ। ਅਸੀਂ ਉਸ ਤੋਂ ਬਾਅਦ ਬਿੱਲ ਵੀ ਨਹੀਂ ਦੇਖਦੇ ਕਿੰਨੇ ਪੈਸੇ ਬਣੇ, ਗੂਗਲ ਪੇ ਕਰਕੇ ਆ ਜਾਂਦੇ ਹਾਂ। ਕਦੀ ਅਸੀਂ ਆਪਣੀ ਬਾਡੀ ਦੀ ਸਰਵਿਸ ਚੈੱਕਅਪ ਲਈ ਨਹੀਂ ਜਾਂਦੇ।
ਆਪਾਂ ਨੂੰ ਕੋਈ ਐ ਨਹੀਂ ਪਤਾ ਵੀ ਸਾਲ 'ਚ ਇੱਕ ਕਿਸੇ ਡਾਕਟਰ ਦੀ ਸਲਾਹ ਨਾਲ ਟੈਸਟ ਕਰਾ ਲਈਏ। ਟੈਸਟ ਵੀ ਕੀ ਹੋ ਗਏ, ਪੈਕੇਜ ਆ ਗਏ, ਆਲ ਬਾਡੀ ਟੈਸਟ 990 ਰੁਪਏ ਦੇ ਵਿੱਚ। ਅਗਲਾ ਇਸ ਲਾਲਚ ਨੂੰ ਕਹਿੰਦੇ ਸਾਰੇ ਹੀ ਕਰ ਦਿਓ। ਉੱਥੇ ਪਤਾ ਨਹੀਂ ਕੌਣ ਕੀ ਕਰ ਰਿਹਾ। ਜੇ ਤੁਸੀਂ ਡਾਕਟਰ ਕੋਲ ਜਾਓਗੇ, ਮੈਂ ਕਹਿੰਦਾ ਚਾਹੇ ਉਹ 900 ਰੁਪਏ ਦੀ ਟੈਸਟ ਕਰਵਾਵੇ, ਉਹ ਟੈਸਟ ਉਹ ਲਿਖੂਗਾ ਜਿਹੜੀ ਜ਼ਰੂਰਤ ਹੈ ਜੀ, ਉਹੀ ਤੁਹਾਨੂੰ ਉਹਦੇ ਰਿਜ਼ਲਟ ਪਤਾ ਲੱਗੂਗਾ। ਹੁਣ ਐਵੇਂ ਆਪਾਂ ਸਾਰੇ ਟੈਸਟ ਕਰਾ ਦਈਏ, ਤੁਹਾਨੂੰ ਐਵੇਂ ਬਿਨਾਂ ਮਤਲਬ ਕੋਈ ਵਹਿਮ ਆ ਗਿਆ ਵਿੱਚ ਅੱਧਾ ਮਰੀਜ਼ ਤਾਂ ਉਹਦੀ ਪ੍ਰੋਬਲਮ 'ਚ ਆ ਜਾਂਦਾ। ਤਾਂ ਡਾਕਟਰ ਦੀ ਸਲਾਹ ਤੋਂ ਬਿਨਾਂ ਲੈਬ 'ਚ ਹੀ ਨਹੀਂ ਜਾਣਾ ਚਾਹੀਦਾ, ਮੇਰੀ ਰਾਏ ਆ, ਮੇਰੀ ਨਿੱਜੀ ਰਾਏ ਆ। ਔਰ ਅੱਜ ਤੱਕ ਮੈਨੂੰ ਪਤਾ ਵੀ ਅਸੀਂ ਅੱਜ ਤੱਕ ਕਿਸੇ ਨੂੰ ਮਤਲਬ ਕਿ ਉਹ ਨਹੀਂ ਕੀਤਾ, ਗਲਤ ਸਲਾਹ ਮਤਲਬ ਨਾ ਲੈਬ 'ਚ ਨਹੀਂ ਭੇਜਿਆ ਟੈਸਟ। ਮੇਰੇ ਕੋਲ ਲੋਕ ਕਰਾ ਕੇ ਆਉਂਦੇ ਆ ਵੀ ਗੋਇਲ ਸਾਹਿਬ ਟੈਸਟ ਦੇਖਣੇ, ਸਾਡੇ ਡਾਕਟਰ ਚੈੱਕ ਕਰਦੇ ਆ, ਪਰ ਸਾਡੇ ਡਾਕਟਰ ਜਿਹੜੇ ਆ ਉਹ ਸਿਰਫ ਨਬਜ਼ ਦੇਖ ਕੇ ਪੇਸ਼ੈਂਟ ਚੈੱਕ ਕਰਦੇ ਆ। ਅਸੀਂ ਵੀ ਕਰਦੇ ਆ। ਔਰ ਜਿਹੜੇ ਲੈਬ ਦੇ ਵਿੱਚ ਜਾਣਾ, ਕਿਸੇ ਵੀ ਡਾਕਟਰ ਦੀ ਸਲਾਹ ਤੋਂ ਬਿਨਾ ਲੈਬ ਟੈਸਟ ਨਾ ਲਓ, ਕਿਉਂਕਿ ਲੈਬ ਟੈਸਟ ਜਿਹੜੇ ਨੇ ਉਹ ਵੀ ਬਿਨਾਂ ਮਤਲਬ ਕਰਵਾਏ ਹੋਏ ਹਾਨੀਕਾਰਕ ਆ। ਡਾਕਟਰ ਸਾਹਿਬ ਦੀ ਸਲਾਹ ਹੋਊਗੀ, ਉਹ ਤੁਹਾਨੂੰ ਦੱਸਣਗੇ ਉਹੀ ਜਿਹੜਾ ਹੋਣਾ। ਜੀ ਜੀ। ਤੇ ਫਿਰ ਕਿਸ ਤਰੀਕੇ ਦੇ ਨਾਲ ਅਗਰ ਡੋਜ਼ ਦੀ ਗੱਲ ਕੀਤੀ ਜਾਵੇ, ਔਰ ਸਪੈਸ਼ਲੀ ਜਿਵੇਂ ਮੈਂ ਏਜ ਦੀ ਗੱਲ ਕਰ ਰਿਹਾ ਸੀ, ਉਹਦੇ ਨਾਲ ਕਈ ਲੋਕਾਂ ਨੂੰ ਜਿਵੇਂ ਸ਼ੂਗਰ ਦੀ ਪ੍ਰੋਬਲਮ ਹੁੰਦੀ ਹੈ, ਜਾਂ ਫਿਰ ਕਈਆਂ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ, ਜਾਂ ਫਿਰ ਕਿਸੇ ਦੀ ਹਾਰਟ ਸਰਜਰੀ ਹੋਈ ਹੈ, ਤਾਂ ਕੀ ਉਹ ਵੀ ਗੱਭਰੂ ਚੂਰਨ ਖਾ ਸਕਦੇ ਨੇ? ਗੱਭਰੂ ਚੂਰਨ, ਪੰਚਮ ਹਲਦੀ ਜੀ ਸਾਰਿਆਂ ਲਈ ਬੈਸਟ ਆ। ਗੱਭਰੂ ਚੂਰਨ ਸਾਰਿਆਂ ਲਈ ਬੈਸਟ। ਇੱਕ ਬਣਾਈ ਇੱਦਾਂ ਜਾਂਦਾ ਸਾਇੰਟੀਫਿਕ, ਇਹਨੂੰ ਤੁਸੀਂ ਦੇਖੋਗੇ ਜਦੋਂ ਡੱਬਾ ਚੱਕਾਂਗੇ ਆਪਾਂ, ਬਕਾਇਦਾ ਗਵਰਨਮੈਂਟ ਤੋਂ GMP ਸਰਟੀਫਾਈਡ ਆ, ਮਾਰਕਾ ਉੱਪਰ ਰਜਿਸਟਰਡ ਹੈ, ਹਰ ਚੀਜ਼ ਦੇ ਵਿੱਚ ਮੈਂਸ਼ਨ ਹੈ, MRP ਉੱਪਰ ਲਿਖਿਆ ਹੋਇਆ, ਕੋਈ ਚੀਜ਼ ਦੀ ਕੋਈ ਛੁਪਾਇਆ ਹੀ ਨਹੀਂ, ਕੋਈ ਚੀਜ਼ ਫਾਰਮੂਲਾ ਲਿਖਿਆ, ਘਰੇ ਬਣਾਓ ਘਰੇ ਖਾਓ, ਮਤਲਬ ਜਿਵੇਂ ਤੁਹਾਡਾ ਦਿਲ ਕਰੇ। ਮਤਲਬ ਕਈ ਵਾਰ ਹੁੰਦਾ ਹੈ ਕਿ ਜਿਵੇਂ ਸ਼ੂਗਰ ਦੇ ਪੇਸ਼ੈਂਟ ਨੇ ਜਾਂ ਫਿਰ ਹਾਰਟ ਦੇ ਪੇਸ਼ੈਂਟ ਨੇ, ਉਹਨਾਂ ਨੂੰ ਡਾਊਟ ਹੁੰਦਾ ਹੈ। ਸਾਡੇ ਕੋਲੇ ਵੀ ਕਈ ਵਾਰ ਪ੍ਰੋਗਰਾਮ ਦੇ ਵਿੱਚ ਕਾਲਸ ਆਉਂਦੀਆਂ ਨੇ ਕਿ ਮੇਰਾ ਜੀ ਹਾਰਟ ਦੀ ਸਰਜਰੀ ਹੋਈ ਹੈ, ਕਿ ਮੈਂ ਲੈ ਸਕਦਾ, ਮੈਂ ਖਾ ਸਕਦਾ, ਤਾਂ ਉਹ ਮਤਲਬ ਨਿਸ਼ਚਿੰਤ ਹੋ ਕੇ ਇਸ ਨੂੰ ਲੈ ਸਕਦੇ। ਹਾਂ, ਇਹ ਇਹਦੇ 'ਚ ਕੋਈ ਸਾਈਡ ਇਫੈਕਟ ਨਹੀਂ ਹੁੰਦਾ, ਕਿਉਂਕਿ ਪਿਓਰ ਆਯੁਰਵੈਦਿਕ ਆ। ਅੱਛਾ, ਆਯੁਰਵੈਦਿਕ ਦੇ ਵਿੱਚ ਵੀ ਲੋਕਾਂ ਨੂੰ ਇੱਕ ਧਾਰਨਾ ਬਣੀ ਹੈ ਕਿ ਆਯੁਰਵੇਦ ਦਾ ਬਿਲਕੁਲ ਸਾਈਡ ਇਫੈਕਟ ਨਹੀਂ ਹੁੰਦਾ, ਪਰ ਜੇ ਅਸੀਂ ਇਹਨੂੰ ਗਲਤ ਰੋਂਗ ਯੂਜ਼ ਕਰਾਂਗੇ ਤਾਂ ਉਹਦਾ ਵੀ ਸਾਈਡ ਇਫੈਕਟ ਹੋ ਜਾਂਦਾ। ਪਰ ਇਹਨੂੰ ਜੇ ਅਸੀਂ ਸਹੀ ਯੂਜ਼ ਕਰ ਲਿਆ, ਸਹੀ ਚੀਜ਼ ਵੈਦ ਦੀ ਸਲਾਹ ਨਾਲ, ਹੁਣ ਜਿਵੇਂ ਮੈਨੂੰ ਲੋਕ 8-8 10-10 20 ਕਾਲ ਕਰ ਲੈਂਦੇ ਆ, ਨਹੀਂ ਚੱਕ ਹੁੰਦੀਆਂ, ਮਿਸ ਕਾਲ ਆ ਜਾਂਦੀਆਂ ਨੇ, ਪਰ ਮੈਂ ਉਹਨਾਂ ਸਾਰਿਆਂ ਨੂੰ ਥੈਂਕ ਯੂ ਕਰਦਾ ਜਿਹੜੇ ਮੇਰਾ ਫਿਰ ਵੀ ਇੰਤਜ਼ਾਰ ਕਰਦੇ ਆ, ਜਿਹੜੇ ਫਿਰ ਵੀ ਕਾਲ ਕਰਦੇ ਆ। ਉਹ ਸਿਰਫ ਇਸ ਲਈ ਕਰਦੇ ਆ ਵੀ ਇੱਕ ਵਾਰ ਐ ਪੁੱਛ ਲਈਏ ਵੀ ਇਹ ਕਿਵੇਂ ਹੋ ਸਕਦਾ। ਹੁਣ ਸ਼ੇਖਰ ਸਾਹਿਬ ਨਾਲ ਅਸੀਂ ਜਿੰਨੀਆਂ ਮਰਜ਼ੀ ਗੱਲਾਂ ਮਾਰ ਲਈਏ, ਤੁਸੀਂ ਮੇਰੇ ਨਾਲ ਜਿੰਨੀਆਂ ਮਰਜ਼ੀ ਮਾਰ ਲਓ, ਪੇਸ਼ੈਂਟ ਦੀ ਤਸੱਲੀ ਉਦੋਂ ਹੁੰਦੀ ਹੈ ਜਦੋਂ ਉਹ ਸਾਡੇ ਨਾਲ ਡਾਇਰੈਕਟ ਗੱਲ ਕਰ ਲੂਗਾ। ਮੇਰੇ ਨਾਲ ਕੀ, ਆਪਦੇ ਡਾਕਟਰ ਨਾਲ ਜਿਹਦੇ ਤੇ ਉਹਦਾ ਫੇਥ ਬਣ ਗਿਆ, ਜੇ ਉਹਦਾ ਮੇਰੇ ਤੇ ਭਰੋਸਾ ਬਣ ਗਿਆ ਤਾਂ ਮੇਰੇ ਨਾਲ ਗੱਲ ਕਰੂਗਾ। ਉਹਨੂੰ ਫਿਰ ਚਾਹੇ 20 ਫੋਨ ਕਰਨੇ ਪੈਣ, ਔਰ ਕਰਦੇ ਵੀ ਨੇ। ਸਾਰਿਆਂ ਨੂੰ ਹੱਥ ਜੋੜ ਕੇ ਮੇਰੀ ਇਹ ਦਿਲੋਂ ਸਤਿ ਸ੍ਰੀ ਅਕਾਲ ਹੈ, ਦਿਲੋਂ ਨਮਸਕਾਰ ਹੈ ਕਿ ਜਿਹੜਾ ਤੁਸੀਂ ਇੰਨਾ ਫੇਥ ਕਰਦੇ ਹੋ। 20 25 ਤੁਹਾਡੀਆਂ ਮਿਸ ਕਾਲਾਂ ਹੋ ਜਾਂਦੀਆਂ ਨੇ, ਉਹਦੇ ਬਾਵਜੂਦ ਵੀ ਤੁਹਾਡਾ ਬੜਾ ਲਵਲੀ ਮੈਸੇਜ ਆਉਂਦਾ ਵੀ ਗੋਇਲ ਸਾਹਿਬ ਤੁਸੀਂ ਬਿਜ਼ੀ ਹੋਵੋਗੇ, ਮੈਂ ਇੰਨੀ ਕਾਲ ਕੀਤੀ ਆ ਵੀ ਹੁਣ ਜਦੋਂ ਤੁਸੀਂ ਵਿਹਲੇ ਹੋਵੋਗੇ ਉਦੋਂ ਕਰ ਲਿਓ। ਮੈਂ ਸਮਝ ਜਾਂਦਾ ਵੀ ਹੁਣ ਵੀਰ ਸਾਡਾ ਨਾਰਾਜ਼ ਹੋ ਗਿਆ, ਫਿਰ ਮੈਂ ਉਹਨੂੰ ਮੈਸੇਜ ਪਾ ਕੇ ਕਰਦਾ ਵੀ ਹਾਂ ਮੈਂ ਕਾਲ, ਕਿਉਂਕਿ ਮੇਰਾ ਤਾਂ ਪ੍ਰਮਾਤਮਾ ਹੀ ਇਹੀ ਆ। ਜਿਹੜਾ ਮੇਰਾ ਪੇਸ਼ੈਂਟ ਆਉਂਦਾ ਜਾਂ ਸਾਡੇ ਕੋਲ ਜਿਹੜਾ ਵੀ ਕਲਾਇੰਟ, ਉਹੀ ਸਾਡਾ ਗੋਡ ਆ। ਅਸੀਂ ਤਾਂ ਉਹਦੇ ਕੋਲ ਹੀ ਰੋਜੀ ਰੋਟੀ ਖਾਣੀ ਹੈ ਨਾ। ਹੋਰ ਕੋਈ ਸ਼ਿਵ ਜੀ ਨੇ ਤਾਂ ਆ ਕੇ ਡਮਰੂ ਵਜਾਉਣਾ ਨਹੀਂ ਵੀ ਲੈ ਵੀ ਗੋਇਲ ਤੇਰੇ ਲਈ ਰੋਟੀ ਲੈ ਕੇ ਆਇਆ, ਉਹ ਤੇ ਸਾਡਾ ਕਲਾਇੰਟ। ਇਸ ਕਰਕੇ ਮੈਂ ਇਹ ਕਹਿੰਦਾ ਹੁੰਦਾ ਕਿ ਤੁਹਾਡਾ ਕੋਈ ਵੀ ਡਾਊਟ ਆ, ਮੇਰਾ ਜਿਹੜਾ ਫੋਨ ਨੰਬਰ ਆ ਉੱਤੇ WhatsApp ਕਰ ਦਿਓ, ਵੌਇਸ ਮੈਸੇਜ ਬੋਲ ਕੇ ਪਾ ਦਿਓ, ਉਹਦਾ ਰਿਪਲਾਈ ਮੈਂ ਬੋਲ ਕੇ ਹੀ ਦੇ ਦੇਣਾ, ਤਾਂ ਕਿ ਤੁਹਾਨੂੰ ਘਰੇ ਬੈਠੇ ਐਂ ਲੱਗੇ ਵੀ ਗੋਇਲ ਸਾਹਿਬ ਨਾਲ ਗੱਲ ਹੀ ਹੋ ਗਈ। ਔਰ ਮੈਂ ਦਿੰਦਾ ਵੀ ਹਾਂ, ਬਸ ਇੰਨਾ ਕੁ ਫਰਕ ਪੈਂਦਾ ਕਿ ਜਿਹੜਾ ਮੈਸੇਜ 1 ਤਰੀਕ ਨੂੰ ਆ ਗਿਆ, ਉਹਦੀ ਰਿਪਲਾਈ 4-5 ਤਰੀਕ ਤੱਕ ਜਾਂਦੀ ਆ, ਕਿਉਂਕਿ ਦਿਨ 'ਚ ਨਾ 600 800 ਮੈਸੇਜ ਆ ਜਾਂਦਾ। ਔਰ ਮੈਂ ਆਪ ਹੀ ਦਿੰਦਾ ਕਿਸੇ ਨੂੰ, ਤੁਸੀਂ ਦੇਖਿਓ ਮੇਰੀ ਆਵਾਜ਼ 'ਚ ਹੀ ਮੈਸੇਜ ਆਊਗਾ, ਤੁਹਾਨੂੰ ਮੈਂ ਹੀ ਬੋਲ ਕੇ ਦੇਣਾ ਮੈਸੇਜ, ਔਰ ਫਰੈਸ਼ ਦਊਂਗਾ। ਤੁਹਾਡਾ ਮੈਸੇਜ ਸੁਣਨਾ, ਜਦੋਂ ਮੈਂ ਸੁਣ ਲਿਆ ਉਹਦੀ ਰਿਪਲਾਈ ਕਰ ਦੇਣੀ ਹੈ। ਤੁਸੀਂ ਦੇਖ ਲਿਓ ਜਦੋਂ ਨੀਲੇ ਟੱਕ ਹੋ ਗਏ, ਤੁਸੀਂ ਦੇਖ ਲਿਆ ਬਲੂ ਹੋ ਗਏ ਡਾਟ, ਔਰ ਮੈਸੇਜ ਗੋਇਲ ਸਾਹਿਬ ਨੇ ਖੋਲ੍ਹ ਲਿਆ ਤਾਂ 5-7 ਮਿੰਟ 'ਚ ਰਿਪਲਾਈ ਆਊਗੀ। ਮੈਂ ਕੋਈ ਵੀ ਐ ਨਹੀਂ ਕਰਦਾ ਵੀ ਮੈਸੇਜ ਸੁਣ ਕੇ ਉਹਦੀ ਰਿਪਲਾਈ ਨਾ ਦੇਵਾਂ, ਤੁਰੰਤ ਰਿਪਲਾਈ ਮੈਨੂੰ ਦੇਣੀ ਪੈਂਦੀ ਹੈ, ਕਿਉਂਕਿ ਮੈਨੂੰ ਪਤਾ ਵੀ ਜੇ ਮੈਂ ਹੁਣ ਮਿਸ ਕਰਤਾ ਇਹ ਫਿਰ ਹਫਤੇ ਤੇ ਚਲਾ ਜਾਊਗਾ। ਔਰ ਇਸ ਦੇ ਲਈ ਦਰਸ਼ਕ ਜਿਹੜੇ ਨੇ ਉਹ ਸਕਰੀਨ ਦੇ ਉੱਤੇ ਨੰਬਰ ਦੇਖ ਹੀ ਰਹੇ ਹੋਣੇ, ਗੋਇਲ ਸਾਹਿਬ ਨੂੰ ਤੁਸੀਂ WhatsApp ਦੇ ਉੱਤੇ ਮੈਸੇਜ ਵੀ ਕਰ ਸਕਦੇ ਹੋ, ਵੌਇਸ ਮੈਸੇਜ ਛੱਡ ਸਕਦੇ ਹੋ, ਔਰ ਕਾਲ ਵੀ ਕਰ ਸਕਦੇ ਹੋ, ਤਾਂ ਤੁਹਾਨੂੰ ਡੈਫੀਨਿਟਲੀ ਰਿਪਲਾਈ ਮਿਲੇਗਾ। ਅਹਿਮ ਗੱਲ ਇਹ ਹੈਗੀ ਹੈ ਕਿ ਜਿਵੇਂ ਕਮਜ਼ੋਰੀ ਦੀ ਤੁਸੀਂ ਗੱਲ ਕਰ ਰਹੇ ਸੀਗੇ, ਸੋ ਮੇਲਸ ਦੇ ਵਿੱਚ ਏਜ ਦੇ ਨਾਲ ਆਉਂਦੀ ਹੈ, ਫੀਮੇਲਸ ਦੇ ਵਿੱਚ ਵੀ ਵੀਕਨੈਸ ਆਉਂਦੀ ਹੈ, ਘਰ ਦੇ ਵਿੱਚ ਸਾਰਾ ਟਾਈਮ ਕੰਮ ਕਰਨਾ, ਔਰ ਸ਼ਾਇਦ ਆਦਮੀ ਨਾਲੋਂ ਵੱਧ ਉਹਨਾਂ ਦੇ ਕੋਲੇ ਜ਼ਿੰਮੇਵਾਰੀਆਂ ਹੁੰਦੀਆਂ ਨੇ, ਮੈਂਟਲ ਸਟ੍ਰੈਸ ਵੀ ਹੁੰਦਾ। ਸੋ ਉਸ ਦੇ ਲਈ ਉਹਨਾਂ ਲਈ ਵੀ ਕੀ ਤੁਸੀਂ ਕੁਝ ਤਿਆਰ ਕੀਤਾ? ਫੀਮੇਲ ਜਦੋਂ ਆਉਂਦੀ ਹੈ
ਆਉਂਦੀ ਹੈ। ਇਹ ਇੱਕ ਪ੍ਰਮਾਤਮਾ ਨੇ ਇਦਾਂ ਦੀ ਤਾਸੀਰ ਬਣਾਈ ਹੈ ਆਪਣੀ ਮਾਤਾ ਭੈਣਾਂ ਦੀ ਕਿ ਉਹ ਜਲਦੀ ਜ਼ਾਹਰ ਨਹੀਂ ਕਰਦੀਆਂ। ਉਹ ਤਕਲੀਫ ਆਉਂਦੀ ਹੈ। ਇੱਕ ਤਾਂ ਉਹਨਾਂ ਨੂੰ ਸਭ ਤੋਂ ਵੱਡੀ ਤਕਲੀਫ ਉਦੋਂ ਆਉਂਦੀ ਹੈ ਜਦੋਂ ਬਾਸੀ ਖਾਣਾ ਖਾਂਦੀਆਂ ਨੇ। ਸਾਰੇ ਟੱਬਰ ਦਾ ਬਚਿਆ ਖਾਣਾ ਉਹਨਾਂ ਨੇ ਖਾਣਾ, ਉਹ ਫਿਰ ਕਿਤੇ ਨਾ ਕਿਤੇ ਜਾ ਕੇ ਉਹਦੇ ਸਾਈਡ ਇਫੈਕਟ ਉਹਨਾਂ ਦੀ ਬਾਡੀ ਤੇ ਆਉਂਦੇ ਜੀ। ਦੂਜਾ, ਜਦੋਂ ਸਾਡੀਆਂ ਮਾਤਾ ਭੈਣਾਂ ਨੂੰ ਮਿਨੋਪੌਜ਼ ਹੁੰਦਾ, ਮੈਂਸਸ ਬੰਦ ਹੋ ਜਾਂਦੇ ਨੇ, ਕਿਸੇ ਦੇ 45 ਸਾਲ 'ਚ, ਕਿਸੇ ਦੇ 55 ਸਾਲ 'ਚ, ਕਿਸੇ ਦੇ 50 ਸਾਲ 'ਚ, ਕਿਸੇ ਦੇ 48 ਸਾਲ 'ਚ, ਕਿਸੇ ਵੀ ਉਮਰ 'ਚ ਜਦੋਂ ਇਹ ਮੈਂਸਸ ਪੀਰੀਅਡ ਬੰਦ ਹੁੰਦੇ ਨੇ, ਇੱਕ ਮਿਨੋਪੌਜ਼ ਦਾ ਟਾਈਮ ਆਉਂਦਾ ਹੈ। ਉਸ ਟਾਈਮ ਤੋਂ ਬਾਅਦ ਕਈ ਮੇਰੀਆਂ ਮਾਤਾ ਭੈਣਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ। ਕਈਆਂ ਨੂੰ ਵਿਚਾਰੀਆਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਕੀ ਹੋ ਗਿਆ। ਉਹ ਡਾਕਟਰਾਂ ਕੋਲ ਜਾਈ ਜਾਂਦੀਆਂ ਨੇ, ਡਾਕਟਰ ਉਹਨਾਂ ਨੂੰ ਪੇਨ ਕਿਲਰ ਦੇਈ ਜਾਂਦੇ ਨੇ ਜਾਂ ਹੋਰ ਇਹੋ ਜਿਹੀਆਂ ਹਾਜ਼ਮੇ ਦੀਆਂ ਦਵਾਈਆਂ ਦੇਈ ਜਾਂਦੇ ਨੇ, ਪ੍ਰੋਬਲਮ ਕਿਤੇ ਹੋਰ ਹੁੰਦੀ ਹੈ। ਉਹਨਾਂ ਦਾ ਸਭ ਤੋਂ ਵਧੀਆ ਇਲਾਜ ਆ, ਇੱਕ ਵਾਰੀ ਹੱਥ ਜੋੜ ਕੇ ਬੇਨਤੀ ਹੈ, ਮੈਨੂੰ ਸੰਪਰਕ ਜ਼ਰੂਰ ਕਰ ਲਿਓ ਜਿਨ੍ਹਾਂ ਨੂੰ ਮਿਨੋਪੌਜ਼ ਕਰਕੇ ਪ੍ਰੋਬਲਮ ਆ, ਜਾਂ ਜਿਨ੍ਹਾਂ ਦੇ ਗੋਡਿਆਂ 'ਚ ਦਰਦ ਹੈ, ਗੋਡਿਆਂ 'ਚ ਗੈਪ ਹੈ, ਗੋਡੇ ਦੁਖਦੇ ਆ, ਮੋਢੇ ਦੁਖਦੇ ਆ, ਲੱਕ ਚੂਲੇ 'ਚ ਦਰਦ ਹੈ, ਉਹ ਮੈਨੂੰ ਕਾਲ ਜ਼ਰੂਰ ਕਰ ਲਿਓ। ਰੀਜ਼ਨ ਕੀ ਆ ਕਿ ਇਹੋ ਜਿਹੀਆਂ ਗੱਲਾਂ ਜੇ ਮੈਂ ਟੀਵੀ ਚੈਨਲ ਦੇ ਮਾਧਿਅਮ ਤੋਂ ਕਰੂੰਗਾ ਤਾਂ ਕਈਆਂ ਨੂੰ ਲੋਕੀ ਕਹਿੰਦੇ ਨੇ ਮਾਂ ਬਾਦੀ, ਕਈਆਂ ਨੂੰ ਸਵਾਦੀ, ਤਾਂ ਉਹ ਚੀਜ਼ ਨਾਲੋਂ ਬੈਟਰ ਆ ਤੁਸੀਂ ਮੈਨੂੰ WhatsApp ਤੇ ਵੌਇਸ ਮੈਸੇਜ ਪਾ ਦਿਓ, ਮੈਂ ਤੁਹਾਨੂੰ ਰਿਪਲਾਈ ਕਰੂੰਗਾ। ਮੈਸੇਜ ਪੂਰਾ ਦਿਲ ਖੋਲ੍ਹ ਕੇ ਬੋਲ ਕੇ ਪਾ ਦਿਓ ਤਾਂ ਕਿ ਮੈਨੂੰ ਇੱਕ ਇੱਕ ਗੱਲ ਤੁਹਾਡੀ ਸਮਝ ਆ ਜੇ। ਮੈਸੇਜ ਐਂ ਪਾਉਣਾ ਵੀ ਜਿਵੇਂ ਸਾਡਾ ਭਰਾ ਗੋਇਲ ਸਾਡੇ ਸਾਹਮਣੇ ਬੈਠਾ, ਅਸੀਂ ਉਹਨੂੰ ਗੱਲ ਦੱਸ ਰਹੇ ਹਾਂ ਆਪਣੀ, ਤੁਹਾਨੂੰ ਉੱਦਾਂ ਹੀ ਮੇਰਾ ਜਵਾਬ ਆਊਗਾ। ਜਿਨ੍ਹਾਂ ਨੂੰ ਇੱਦਾਂ ਦੀ ਪ੍ਰੋਬਲਮ ਹੈ ਮੇਰੀਆਂ ਮਾਤਾ ਭੈਣਾਂ ਨੂੰ, ਉਹਨਾਂ ਨੂੰ ਘਰੇਲੂ ਨੁਸਖੇ ਬਹੁਤ ਨੇ, ਆਪਣੇ ਕੋਲੇ ਦੱਸ ਸਕਦੇ ਹਾਂ। ਘਰੇ ਆਪਣੇ ਕੋਲ ਦਵਾਈਆਂ ਬਹੁਤ ਬਣੀਆਂ ਹੋਈਆਂ ਨੇ, ਦੇ ਸਕਦੇ ਹਾਂ। ਪਰ ਪੰਚਮ ਹਲਦੀ ਵਗੈਰਾ ਵਗੈਰਾ ਜਿਹੜੀਆਂ ਚੀਜ਼ਾਂ ਨੇ, ਇਹਦੇ ਵਾਸਤੇ ਜਿਵੇਂ ਗੱਭਰੂ ਚੂਰਨ ਬਣਾਇਆ ਮੁੰਡਿਆਂ ਵਾਸਤੇ, ਤਾਂ ਕੁੜੀਆਂ ਵਾਸਤੇ ਜਾਂ ਲੇਡੀਜ਼ ਸਾਡੀਆਂ ਭੈਣਾਂ ਵਾਸਤੇ ਅਸੀਂ ਮੁਟਿਆਰ ਚੂਰਨ ਬਣਾਇਆ, ਤਾਂ ਕਿ ਜਿਹੜੀ ਇੱਕ ਮੁਟਿਆਰ ਹੁੰਦੀ ਆ ਉਹ ਉਦੋਂ ਬਣਿਆ ਸੀ ਇਹ ਵਰਲਡ ਜਦੋਂ ਕੁੜੀ ਜਵਾਨ ਹੋ ਜਾਂਦੀ ਹੈ, ਵਿਆਹ ਦੇ ਲਾਇਕ ਹੋ ਜਾਂਦੀ ਆ, ਉਦੋਂ ਕਹਿੰਦੇ ਹੁੰਦੇ ਸੀ ਵੀ ਉਹਨੇ ਮੁਟਿਆਰ ਹੋ ਗਈ, ਇਹਦੇ ਲਈ ਮੁੰਡਾ ਲੱਭੋ। ਮੁਟਿਆਰ ਮਤਲਬ ਮਾਂ ਬਣਨ ਨੂੰ ਤਿਆਰ, ਮੁਟਿਆਰ। ਤਾਂ ਉਹ ਇੱਕ ਬਾਡੀ ਦੇ ਵਿੱਚ ਉਹਦੇ ਸ਼ਾਂਤੀ ਔਰ ਉਹਦੀ ਬਾਡੀ ਦੇ ਵਿੱਚ ਜਾਨ ਆਉਂਦੀ ਸੀ, ਤਾਂ ਉਦੋਂ ਉਹਨੂੰ ਮੁਟਿਆਰ ਕਿਹਾ ਗਿਆ। ਇਹ ਸਾਡੀਆਂ ਘਰ ਦੇ ਵਿੱਚ ਮਾਤਾ ਭੈਣਾਂ ਨੂੰ ਵੀ ਕਿਹਾ ਗਿਆ, ਸਾਡੀਆਂ ਆਪਣੀਆਂ ਧੀਆਂ ਨੂੰ ਵੀ ਕਿਹਾ ਗਿਆ। ਤਾਂ ਇੱਕ ਜਿਹੜਾ ਮੁਟਿਆਰ ਵਰਲਡ ਹੈ, ਇਹ ਸਾਡੀਆਂ ਭੈਣਾਂ ਦਾ ਇੱਕ ਸਿਰ ਦਾ ਤਾਜ ਹੈ, ਉਹਨਾਂ ਦਾ ਮਾਣ ਹੈ। ਔਰ ਉਹ ਮੁਟਿਆਰ ਉਹੀ ਹੈ ਜਿਹਨੂੰ ਕਿਹਾ ਗਿਆ ਕਿ ਹੁਣ ਇਹ ਮਾਂ ਬਣਨ ਦੇ ਲਾਇਕ ਹੋ ਗਈ ਹੈ, ਮੁਟਿਆਰ ਹੋ ਗਈ ਹੈ, ਹੁਣ ਇਹਦੇ ਲਈ ਮੁੰਡਾ ਦੇਖੋ। ਤਾਂ ਅੱਗੇ ਸਾਡੇ ਜਿਹੜੇ ਬਜ਼ੁਰਗ ਸੀ ਇਸੇ ਤਰ੍ਹਾਂ ਗੱਭਰੂ ਜਿਹੜਾ ਸੀਗਾ ਉਹ ਵੀ ਵਰਲਡ ਇੱਥੋਂ ਹੀ ਆਇਆ ਸੀ। ਸ਼ਬਦਕੋਸ਼ ਦੇ ਵਿੱਚ ਲਿਖਿਆ ਹੋਇਆ, ਤੁਸੀਂ ਡਿਕਸ਼ਨਰੀ 'ਚ ਪੜ੍ਹ ਸਕਦੇ ਹੋ ਕਿ ਜਿਹੜਾ ਗੱਭਰੂ ਵਰਲਡ ਹੈ ਉਹ ਆਇਆ ਸੀਗਾ ਕਿ ਹੁਣ ਇਹ ਜਿਹੜਾ ਹੈਗਾ ਇਹ ਆਪਣੀ ਇਹਦਾ ਵਿਆਹ ਕਰੋ, ਇਹ ਆਪਣੀ ਔਰਤ ਨੂੰ ਗੱਭਣ ਕਰਨ ਦੇ ਲਾਇਕ ਹੋ ਗਿਆ, ਇਹ ਗੱਭਰੂ ਹੋ ਗਿਆ। ਤਾਂ ਉਹ ਮਤਲਬ ਇੱਕ ਸੰਤਾਨ ਪੈਦਾ ਕਰਨ ਦਾ ਇੱਕ ਗੱਭਰੂ ਤੇ ਮੁਟਿਆਰ ਦਾ ਜਜ਼ਬਾ ਸੀਗਾ, ਤਾਂ ਉਹਨੂੰ ਅਸੀਂ ਜਿੰਦਾ ਰੱਖਣਾ ਪੰਜਾਬੀ ਦੇ ਵਿੱਚ। ਤਾਂ ਸਾਡਾ ਜਿਹੜਾ ਇਹ ਇੱਕ ਸੰਸਕ੍ਰਿਤੀ ਵਰਲਡ ਸੀਗਾ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਨਾਮ ਦਿੱਤਾ ਗੱਭਰੂ ਤੇ ਮੁਟਿਆਰ, ਜਿਹੜਾ ਪੂਰੇ ਵਰਲਡ ਦੇ ਵਿੱਚ ਜਿਹੜੇ ਹਿੰਦੀ ਬੋਲਦੇ ਆ, ਉਰਦੂ ਬੋਲਦੇ ਆ, ਉਹ ਵੀ ਹੁਣ ਇਹਦਾ ਨਾਮ ਗੱਭਰੂ ਤੇ ਮੁਟਿਆਰ ਪੰਜਾਬੀ 'ਚ ਲੈਂਦੇ ਆ। ਔਰ ਸਾਡੇ ਜਿਹੜਾ ਮਾਣ ਹੈ ਸਾਨੂੰ ਆਪਣੀ ਪੰਜਾਬੀ 'ਤੇ, ਔਰ ਅਸੀਂ ਖੁਸ਼ ਹੁੰਦੇ ਹਾਂ ਉਹਨਾਂ ਗੱਲਾਂ ਨੂੰ ਲੈ ਕੇ। ਬਾਕੀ ਇਹ ਜ਼ਰੂਰ ਹੈ ਕਿ ਮੈਂ ਇਹ ਛੋਟੇ ਛੋਟੇ ਜਿਹੜੇ ਸ਼ਬਦ ਨੇ ਟੱਚ ਕਰਨ ਦੀ ਕੋਸ਼ਿਸ਼ ਕਰਦਾ ਕਿ ਤੁਹਾਨੂੰ ਇਹ ਲੱਗੇ ਵੀ ਗੋਇਲ ਵੀ ਸਾਡੇ ਵਿੱਚੋਂ ਆ, ਸਾਡੇ ਵਰਗਾ ਕੋਈ ਫਰਕ ਨਹੀਂ। ਜਿਵੇਂ ਮੈਨੂੰ ਤੁਸੀਂ ਉਰੇ ਆ ਕੇ ਮਿਲੋਗੇ ਤੁਹਾਨੂੰ ਪਤਾ ਲੱਗੂ ਇਹੋ ਜਿਹੇ ਮਿਲੂ, ਆਹੀ ਕੁਰਸੀਆਂ ਨੇ, ਆਹੀ ਦਫ਼ਤਰ ਹੈ, ਇੱਥੇ ਹੀ ਬੈਠੇ ਮਿਲਾਂਗੇ, ਜਦ ਮਰਜ਼ੀ ਆਓ ਸਾਰਿਆਂ ਨੂੰ। ਇਸ ਲਈ ਮੈਂ ਖੁੱਲ੍ਹਾ ਵੀ ਸੱਦਾ ਦਿੰਦਾ ਹੁੰਦਾ, ਜਦੋਂ ਮਰਜ਼ੀ ਮੇਰੇ ਨੰਬਰਾਂ 'ਤੇ ਸੰਪਰਕ ਕਰ ਲਓ। ਮੈਂ ਮਤਲਬ ਤਕਰੀਬਨ ਹੁੰਨਾ ਹੀ ਆਫਿਸ ਦੇ ਵਿੱਚ, ਫਿਰ ਵੀ ਇੱਕ ਵਾਰੀ ਫੋਨ ਕਰਕੇ ਜੇ ਤੁਸੀਂ ਆਓਗੇ ਤੁਹਾਡਾ ਟਾਈਮ ਬਚੂ। ਗੋਇਲ ਸਾਹਿਬ ਬਹੁਤ ਬਹੁਤ ਧੰਨਵਾਦ। ਔਰ ਮੇਰੇ ਖਿਆਲ ਨਾਲ ਦਰਸ਼ਕਾਂ ਨੂੰ ਹਰ ਇੱਕ ਗੱਲ ਦਾ ਬਰੀਕੀ ਦੇ ਨਾਲ ਜਵਾਬ ਮਿਲਿਆ ਹੋਵੇਗਾ। ਔਰ ਜੇਕਰ ਫਿਰ ਵੀ ਕੋਈ ਸਵਾਲ ਤੁਹਾਡਾ ਰਹਿੰਦਾ ਹੋਵੇ ਜਾਂ ਫਿਰ ਤੁਸੀਂ ਡਿਟੇਲ ਦੇ ਵਿੱਚ ਹੋਰ ਕੋਈ ਗੱਲ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਗੋਇਲ ਸਾਹਿਬ ਦਾ ਨੰਬਰ ਜਿਹੜਾ ਫਲੈਸ਼ ਹੋ ਰਿਹਾ, ਇਸ ਦੇ ਉੱਤੇ ਤੁਸੀਂ WhatsApp ਮੈਸੇਜ ਕਰ ਸਕਦੇ ਹੋ, ਕਾਲ ਕਰ ਸਕਦੇ ਹੋ। ਕਈ ਵਾਰ ਹੁੰਦਾ ਕਿ ਕਾਲ ਦਾ ਜਵਾਬ ਉਸੇ ਟਾਈਮ ਨਹੀਂ ਦਿੱਤਾ ਜਾਂਦਾ, ਤੁਸੀਂ ਵੌਇਸ ਮੈਸੇਜ ਡ੍ਰੌਪ ਕਰ ਸਕਦੇ ਹੋ, ਤੁਹਾਨੂੰ ਜਵਾਬ ਜ਼ਰੂਰ ਦਿੱਤਾ ਜਾਏਗਾ। ਗੋਇਲ ਸਾਹਿਬ ਧੰਨਵਾਦ, ਤੁਸੀਂ ਬੜੀ ਬਰੀਕੀ ਦੇ ਨਾਲ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ। ਜੀ ਤੁਹਾਡਾ ਵੀ ਬਹੁਤ ਧੰਨਵਾਦ ਸ਼ੇਖਰ ਜੀ। ਔਰ ਜਿੰਨੇ ਵੀ ਦਰਸ਼ਕ ਹਮਦਰਦ TV ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ। ਅਸੀਂ ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ। ਹੈਲਥ ਟਾਕ ਦੇ ਵਿੱਚ ਹੋਰ ਵੀ ਤੁਹਾਡੀ ਸਿਹਤ ਸੰਬੰਧੀ ਗੱਲਾਂ ਬਾਤਾਂ ਹੋਣਗੀਆਂ। ਤੁਸੀਂ ਆਪਣਾ ਤੇ ਆਪਣੇ ਨਜ਼ਦੀਕੀਆਂ ਦਾ ਖਿਆਲ ਰੱਖੋ ਤੇ ਨਾਲ ਨਾਲ ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।